सुनाओ हालेलुया। जीवन देने के लिए मेरा यीशु बोला था तुम्हें, जीवन देने के लिए मेरा यीशु बोला था तुम्हें, जीवन देने के लिए मेरा यीशु बोला था तुम्हें, जीवन देने के लिए यीशु बोला था तुम्हें, जीवन देने के लिए मेरा यीशु बोला था तुम्हें। हालेलुया, 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 पापों में खो गया है, 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 पापों
जितने भी महाल तेरी
ਸੱਚੀ ਜਿੱਥੇ ਆਉਂਦਾ ਉਹਦਾ ਆਤਮਾ ਸੰਗਤ ਹੈ ਸੱਚੀ ਜਿੱਥੇ ਆਉਂਦਾ ਉਹਦਾ ਆਤਮਾ ਇਹੋ ਜਿਹੀ ਸੰਗਤ ਜੀ ਦੇ ਵਿੱਚ ਜਾਣਾ ਚਾਹੀਦਾ ਇਹੋ ਜਿਹੀ ਸੰਗਤ ਦੇ ਵਿੱਚ ਜਾਣਾ ਚਾਹੀਦਾ ਇਹੋ ਜਿਹੀ ਸੰਗਤ ਜੀ ਦੇ ਵਿੱਚ ਜਾਣਾ ਚਾਹੀਦਾ ਇਹੋ ਜਿਹੀ ਸੰਗਤ ਦੇ ਵਿੱਚ ਜਾਣਾ ਚਾਹੀਦਾ ਲੋਕੀ ਹੋਣ ਚੰਗੇ ਉਹ ਮੁੱਲ ਸੱਚੇ ਆਈਦਾ ਲੋਕੀ ਹੋਣ ਚੰਗੇ ਹੋ ਮੁੱਲ ਸੱਚੇ ਆਈਦਾ ਲੋਕੀ ਹੋਣ ਚੰਗੇ ਉਹ ਮੁੱਲ ਸੱਚੇ ਆਈਦਾ ਲੋਕੀ ਹੋਣ ਚੰਗੇ ਹੋ ਮੁੱਲ ਸੱਚੇ ਆਈਦਾ ਉਹ ਕਰਦਾ ਮਸੀਹਾ ਸਾਰੇ ਦੁੱਖਾਂ ਵਾਲਾ ਖਾਤਮਾ ਕਰਦਾ ਮਸੀਹਾ ਸਾਰੇ ਦੁੱਖਾਂ ਵਾਲਾ ਖਾਤਮਾ ਸੰਗਤ ਹੈ ਸੱਚੀ ਜਿੱਥੇ ਆਉਂਦਾ ਉਹਦਾ ਆਤਮਾ 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 ਤੋਬਾ ਕਰੋ ਭਈਓ ਕਰੋ ਪਾਪ ਤੋਂ ਕੀ ਲੈਣਾ ਏ ਤੋਬਾ ਕਰੋ ਪਹਿਲੋ ਪਹਿਲੋ ਪਾਪ ਤੋਂ ਕੀ ਲੈਣਾ ਏ ਤੋਬਾ ਕਰੋ ਭਈਓ ਕਰੋ ਪਾਪ ਤੋਂ ਕੀ ਲੈਣਾ ਏ ਤੋਬਾ ਕਰੋ ਪਹਿਲੋ ਪਹਿਲੋ ਪਾਪ ਤੋਂ ਕੀ ਲੈਣਾ ਏ ਖੜਾ ਮੌਜੂਦ ਯਿਸੂ ਮੰਗ ਜੋ ਤੂੰ 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 ਲੈਣਾ ਏ ਉਹਨਾਂ ਦੀਆਂ ਅੱਖਾਂ ਵਿੱਚ ਵਸਦਾ ਏ ਆਤਮਾ ਉਹਨਾਂ ਦੀਆਂ ਅੱਖਾਂ ਵਿੱਚ ਵਸਦਾ ਏ ਆਤਮਾ ਸੰਗਤ ਹੈ ਸੱਚੀ ਜਿੱਥੇ ਆਉਂਦਾ ਉਹਦਾ 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 ਆਤਮਾ ਮੌਜੂਦ ਰੱਖੇ ਆਪ ਪਰਮਾਤਮਾ ਹੁੰਦਾ ਮੌਜੂਦ ਉੱਥੇ ਆਪ ਪਰਮਾਤਮਾ ਮੌਜੂਦ ਰੱਖੇ ਆਪ ਪਰਮਾਤਮਾ ਹੁੰਦਾ ਮੌਜੂਦ ਉੱਥੇ ਆਪ ਪਰਮਾਤਮਾ ਸੰਗਤ ਹੈ ਸੱਚੀ ਜਿੱਥੇ ਆਉਂਦਾ ਉਹਦਾ ਆਤਮਾ 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 ਸੰਗਤ ਹੈ ਸੱਚੀ ਜਿੱਥੇ ਆਉਂਦਾ ਸੰਗਤ ਹੈ ਸੱਚੀ ਜਿੱਥੇ ਆਉਂਦਾ ਉਹਦਾ ਆਤਮਾ ਮੌਜੂਦ ਰੱਖੇ ਆਪ ਪਰਮਾਤਮਾ ਹੁੰਦਾ ਮੌਜੂਦ ਉੱਥੇ ਆਪ ਪਰਮਾਤਮਾ ਮੌਜੂਦ ਰੱਖੇ ਆਪ ਪਰਮਾਤਮਾ ਹੁੰਦਾ ਮੌਜੂਦ ਉੱਥੇ ਆਪ ਪਰਮਾਤਮਾ ਸੰਗਤ ਹੈ ਸੱਚੀ ਜਿੱਥੇ ਆਉਂਦਾ ਉਹਦਾ ਆਤਮਾ ਸੰਗਤ ਹੈ ਸੱਚੀ ਜਿੱਥੇ ਆਉਂਦਾ ਉਹਦਾ ਆਤਮਾ ਵੀ ਜਾ ਤੇਰੇ ਨਾਲ ਲਗਾ ਵੀ ਜਾ ਦੇਰ ਨਾ ਲਗਾ ਯਿਸੂ ਦੀ ਹਜ਼ੂਰੀ ਮੇਰਾ ਆਣਾ ਹੈ ਜੇ ਰੂਪਾ ਵਸਾ ਯਿਸੂ ਕੀ ਹਜ਼ੂਰੀ ਮੇਰਾ ਆਣਾ ਹੈ ਜੇ ਰੂਪਾ ਵਸਾ ਯਿਸੂ ਕੀ ਹਜ਼ੂਰੀ ਮੇਰਾ ਆਣਾ ਹੈ ਜੇ ਦਾ ਵਸਾ ਯਿਸੂ ਕੀ ਹਜ਼ੂਰੀ ਮੇਰਾ ਆਣਾ ਹੈ ਜੇ ਦਾ ਵਸਾ ਯਿਸੂ ਕੀ ਹਜ਼ੂਰੀ ਮੇਰਾ ਆਵੀ ਜਾ ਤੇਰੇ ਨਾਲ ਲਗਾ ਆਵੀ ਜਾ ਦੇਰ ਨਾ ਲਗਾ ਯਿਸੂ ਦੀ ਹਜ਼ੂਰੀ ਮੇਰਾ ਆਣਾ ਹੈ ਜੇ ਰੂਪਾ ਵਸਾ ਯਿਸੂ ਦੀ ਹਜ਼ੂਰੀ ਮੇਰਾ ਆਣਾ ਹੈ ਜੇ ਰੂਪਾ ਵਸਾ ਯਿਸੂ ਦੀ ਹਜ਼ੂਰੀ ਮੇਰਾ ਆਇਆ ਵੀ ਜਾ ਤੇਰੇ ਨਾਲ ਲਗਾ ਆਇਆ ਵੀ ਜਾ ਤੇਰੇ ਨਾਲ ਲਗਾ ਤੂੰ ਆ ਵੀ ਜਾ ਤੇਰੇ ਨਾਲ ਲਗਾ
यीशु की हजूरी में आ दिलों का मसा यीशु की हजूरी में आरोवर की तराशी पाए तो पाक जबराशी पाए तो उमर की तराशी पाए तो पाक जबराशी पाए तो पाक जबराशी पाए तो देख मेरे होता है क्या यीशु की हजूरी में आ देख मेरे होता है क्या यीशु की हजूरी में आ देर न लगा आया बीता देर न लगा आया बीता देर न लगा आया बीता देर न लगा यीशु की हजूरी में आ दिलों का मसा यीशु की हजूरी दिलों का मसा यीशु की हजूरी में देर न लगा बीता देर न लगा यीशु की हजूरी में दिलों का मसा यीशु की हजूरी में दिलों का मसा यीशु की हजूरी में यीशु की हजूरी में दिलों का मसा यीशु की हजूरी यीशु मसीह के नाम से खुदा तेरा यीशु है आपने बात किया है खुदा यीशु मसीह के नाम से खुदा यीशु मसीह के नाम से खुदा हालेलुया 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 धन्यवाद हालेलुया धन्यवाद हालेलुया आइए सब अपनी जगह पे बैठा दे हालेलुया धन्यवाद हालेलुया धन्यवाद हालेलुया धन्यवाद हालेलुया हालेलुया धन्यवाद हालेलुया धन्यवाद हालेलुया 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 धन्यवाद हालेलुया धन्यवाद हालेलुया खुदा का आत्मा इस जगह पे मौजूद सी हालेलुया कि ਅਸੀਂ ਸਾਰੇ ਖੁਸ਼ ਆ ਹਾਲੇਲੂਇਆ 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 ਅਗਰ ਖੁਸ਼ ਆ ਤੇ ਪ੍ਰਭੂ ਯਿਸੂ ਮਸੀਹ ਦੇ ਲਈ ਤਾੜੀ ਮਾਰਾਂਗੇ ਹਾਲੇਲੂਇਆ ਹੁਣ ਅਸੀਂ ਆਪਣੇ ਆਪਣੇ ਲਈ ਤਾੜੀ ਮਾਰਾਂਗੇ ਹਾਲੇਲੂਇਆ 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 ਔਰ जिन्हें अज पहली बार इस वे ऑफ हेवन चर्च ਦੇ ਵਿੱਚ ਆਏ ਉਹ ਸਭ ਜਨ ਆਪਣੀ ਜਗ੍ਹਾ ਤੇ ਖੜੇ ਹੋ ਜਾਓਗੇ ਹਾਲੇਲੂਇਆ ਸਭ ਜਨ ਜੋ ਫਸਟ ਟਾਈਮ ਇਸ ਚਰਚ ਦੇ ਵਿੱਚ ਆਏ ਹਾਲੇਲੂਇਆ ਧੰਨਵਾਦ ਹਾਲੇਲੂਇਆ
ਅਸੀਂ ਵੇ ਆਫ ਹੈਵਨ ਚਰਚ ਵੱਲੋਂ ਤੁਹਾਡੇ ਸਾਰਿਆਂ ਦਾ ਵੈਲਕਮ ਕਰਦੇ ਹਾਂ। ਅਸੀਂ ਜ਼ੋਰਦਾਰ ਤਾਲੀਆਂ ਪਾਉਂਦੇ ਹਾਂ। ਹਰ ਫਰਾਈਡੇ 10 ਤੋਂ 1 ਵਜੇ ਤੱਕ 12:30 ਤੱਕ ਚਰਚ ਹੁੰਦਾ ਵਾ। ਤੁਸੀਂ ਜ਼ਰੂਰ ਆਇਆ ਕਰੋ ਤਾਂ ਕਿ ਅਸੀਂ ਪ੍ਰਭੂ ਦੇ ਨਾਮ ਨੂੰ ਉੱਚਾ ਕਰ ਸਕੀਏ। ਹਾਲੇਲੂਇਆ, ਹਾਲੇਲੂਇਆ। ਔਰ ਪ੍ਰਭੂ ਦਾ ਆਤਮਾ ਗੱਲ ਕਰ ਰਿਹਾ ਸੀ ਕਿ ਇੱਕ ਭਾਈ ਆ ਜਿਹਦੇ ਰਾਤ ਨੂੰ ਦੁਸ਼ਟ ਆਤਮਾ ਆਣ ਕੇ ਨਾਲ ਉਹਦੇ ਸੌਂਦੀ ਆ। ਹਾਲੇਲੂਇਆ। ਔਰ ਉਹਨੂੰ ਗਲਤ ਰਾਸਤੇ ਵਿੱਚ ਲਿਜਾਂਦੀ ਆ। ਅਗਰ ਉਹ ਭਾਈ ਮੌਜੂਦ ਆ, ਸਭ ਆਪਣੀ ਅੱਖਾਂ ਨੂੰ ਬੰਦ ਕਰਾਂਗੇ। ਔਰ ਕਿਉਂਕਿ ਪਰਮੇਸ਼ਵਰ ਦਾ ਆਤਮਾ ਇਸ ਜਗ੍ਹਾ ਦੇ ਵਿੱਚ ਆ। ਹਾਲੇਲੂਇਆ। ਅਗਰ ਚਾਹੁੰਦੇ ਆ ਕਿ ਪ੍ਰਭੂ ਮੈਨੂੰ ਇਸ ਦੁਸ਼ਟ ਆਤਮਾ ਤੋਂ ਛੁਟਕਾਰਾ ਦੇਵੇ ਤੇ ਅੱਜ ਪਰਮੇਸ਼ਵਰ ਦੇ ਅੱਗੇ ਆਪਣੇ ਹਿਰਦੇ ਨੂੰ ਖੋਲ ਦਈਏ ਕਿ ਪਰਮੇਸ਼ਵਰ ਮੈਂ ਆਪਣੇ ਪਾਪਾਂ ਤੋਂ ਪਛਤਾਵਾ ਕਰਦਾ ਹਾਂ। ਹਾਲੇਲੂਇਆ। ਆਪਣੇ ਗੁਨਾਹਾਂ ਤੋਂ ਪਛਤਾਵਾ ਕਰਦਾ ਪ੍ਰਭੂ ਜੀ। ਮੈਂ ਜਿੰਨੇ ਗੁਨਾਹ ਕੀਤੇ ਆ ਪ੍ਰਭੂ ਜੀ, ਜਾਂ ਮੈਨੇ ਖੁਦਾਵੰਦ ਧੰਨਵਾਦ ਹੋ ਪ੍ਰਭੂ ਜੀ ਇਸ ਫੋਨ ਨੂੰ ਗਲਤ ਇਸਤੇਮਾਲ ਕੀਤਾ ਪ੍ਰਭੂ ਜੀ, ਮੈਂ ਉਸ ਦੀ क्षमा ਚਾਹੁੰਦਾ ਹਾਂ। ਹਾਲੇਲੂਇਆ। ਕੋਈ ਅੱਖ ਖੁੱਲੇ ਨਾ, ਸਿਰਫ ਪਰਮੇਸ਼ਵਰ ਦੇ ਵੱਲ ਧਿਆਨ ਦਿਓ। ਇਹ ਮੇਰੇ ਪ੍ਰਿय ਭਾਈ, ਖੁਦਾ ਤੈਨੂੰ ਦੇਖ ਰਿਹਾ ਵਾ। ਹਾਲੇਲੂਇਆ, ਧੰਨਵਾਦ। ਹਾਲੇਲੂਇਆ। ਰਬੇਸ਼ਨ ਰਬਾਸੇ ਕੇ ਤੇਨੇ ਮਨਾ ਨਮਾਸ਼ਨ ਦਾਲਾ ਰਬਾ ਰਬਾਸ਼ੇ ਕੇ ਤੇਰੇ ਰਬੇਸ਼ਨ ਦਾਲਾ ਰਬਾਸੇ ਕਤਲ ਰਬਾਸ਼ਨ ਦਾਲਾ ਰਬਾ ਦਾਲਾ ਰਬਾ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਖੁਦਾਵੰਦਾ ਪ੍ਰਭੂ ਜੋ ਤੁਸੀਂ ਮੇਰੇ ਅੰਦਰ ਪ੍ਰਭੂ ਇਸ ਨੇਮ ਨੂੰ ਡਾਲ ਰਹੇ ਆ ਖੁਦਾਵੰਦਾ, ਮੈਂ ਬ੍ਰਦਰ ਬਲਵੀਰ ਨੂੰ ਪਿਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਲੈਸ ਕਰਦਾ ਪ੍ਰਭੂ ਜੀ। ਰਿਸ਼ੇ ਕੇ ਤੇਰੇ ਰਬਾਸ ਸੰਦਾਲਾ ਮੈਂ ਵਿਜੇ ਨੂੰ ਪ੍ਰਭੂ ਬਲੈਸ ਕਰਦਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਖੁਦਾਵੰਦਾ। रबाशे के तेरे रबास संदाले रिशे के तेरे रबा राहो दिली मिशंगा दाला रबा रिखे तेरे मन नमाज संदाले रिखे तेरी भी रबाशन दाला रबा दिलिया हिफीरा में शेख के तेरे रबा दाला रबा। ये बच्चे थोड़े आ प्रभु जी, इन्हों प्रभु अपने खुदाम धन्यवाद हो प्रभु जी, बरकत ना पर दो खुदाम दा प्रभु। आज ये वचना तो खाली ना जाने पाए पिता जी। और प्रभु खुदाम धन्यवाद, मैं हर एक कमर दी दर्द नो प्रभु जी खुदाम धन्यवाद जो काम दे विच मुश्किल आउंदी है प्रभु जी, मैं यीशु मसीह के नाम से उस दर्द को बांधता हूं प्रभु जी। इसी टाइम चंगाई दो खुदाम धन्यवाद हो प्रभु जी, इसी टाइम चंगाई दो खुदाम धन्यवाद हो प्रभु जी। खुदाम दा कन्ना दी प्रॉब्लम पिता यीशु मसीह के नाम दे विच जाने पाए खुदाम दा प्रभु। कन्ना दी शांशा यीशु मसीह के नाम से इसी टाइम निकले, इसी टाइम धन्यवाद। हालेलुया। रबेशे के तले रबा सुन दोलो रबा दला रबा अपने बेटों को शू खुदावंदा शू प्रभु धन्यवाद हो प्रभु जी। खुदावंद धन्यवाद हो प्रभु। जिस भाई का प्रभु काम में मन नहीं लगता प्रभु जी, मैं यीशु मसीह के नाम से खुदावंदा उस दुष्ट आत्मा को कमांड करता हूं प्रभु जी। इसी टाइम था प्रभु जी, खुदावंद उसको अच्छा काम मिलने पाए और वो काम में जाने पाए खुदावंदा। ओ प्रभु दया कर खुदावंदा, यीशु मसीह के नाम से प्रभु मैं आपकी दया चाहता हूं प्रभु जी। बड़ा फजल, बड़ी कृपा करो, यीशु मसीह के नाम से मांगते हैं, आमीन। ਅਸੀਂ ਜਲਦੀ ਜਲਦੀ ਆਪਣਾ ਨਾਮ ਦੱਸਾਂਗੇ ਤਾਂ ਕਿ ਹਾਂਜੀ ਬ੍ਰਦਰ ਜੀ, ਹਾਂਜੀ ਹਾਂਜੀ ਅਮਰਤ ਹਾਂਜੀ ਅਸੀਂ ਅਮਰਤ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਚਰਚ ਵਿੱਚ ਵੈਲਕਮ ਕਰਦੇ ਹਾਂ। ਹਾਲੇਲੂਇਆ। बोल दीजिए, ਅਸੀਂ ਬ੍ਰਦਰ ਗੋਲੇ ਨੂੰ ਵੇ ਆਫ ਹੈਵਨ ਚਰਚ ਵਿੱਚ ਵੈਲਕਮ ਕਰਦੇ ਹਾਂ। ਹਾਲੇਲੂਇਆ। ਸਰਬਜੀਤ, ਅਸੀਂ ਬ੍ਰਦਰ ਸਰਬਜੀਤ ਨੂੰ ਇਸ ਚਰਚ ਦੇ ਵਿੱਚ ਵੈਲਕਮ ਕਰਦੇ ਹਾਂ। ਹਾਲੇਲੂਇਆ। ਲੱਖਾ ਭਾਈ, ਅਸੀਂ ਬ੍ਰਦਰ ਲੱਖੇ ਨੂੰ ਵੇ ਆਫ ਹੈਵਨ ਚਰਚ ਦੇ ਵਿੱਚ ਵੈਲਕਮ ਕਰਦੇ ਹਾਂ। ਸ਼ਾਬਾਸ਼। ਅਸੀਂ ਬ੍ਰਦਰ ਸ਼ਿਵਾਸ਼ ਨੂੰ ਵੇ ਆਫ ਚਰਚ ਵਿੱਚ ਵੈਲਕਮ ਕਰਦੇ ਹਾਂ। ਹਾਲੇਲੂਇਆ। ਅਮਨ, ਅਸੀਂ ਬ੍ਰਦਰ ਅਮਨ ਨੂੰ ਪਰਮੇਸ਼ਰ ਯਿਸੂ ਮਸੀਹ ਦੇ ਨਾਮ ਦੇ ਵਿੱਚ ਵੈਲਕਮ ਕਰਦੇ ਹਾਂ। ਹਾਲੇਲੂਇਆ। ਹਰਪ੍ਰੀਤ ਭਾਈ, ਅਸੀਂ ਹਰਪ੍ਰੀਤ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਲੈਸ ਕਰਦੇ ਹਾਂ। ਹਾਲੇਲੂਇਆ। ਸਾਨੂੰ ਜੈਮ ਸੀ ਦੀ ਮੈਂ ਜਗਤਾਰ ਮਸੀਹ, ਅਸੀਂ ਬ੍ਰਦਰ ਜਗਤਾਰ ਮਸੀਹ ਨੂੰ ਵੈਲਕਮ ਕਰਦੇ ਹਾਂ ਵੇ ਆਫ ਹੈਵਨ ਚਰਚ ਦੇ ਵਿੱਚ। ਰੋਕੀ ਨੂੰ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਲੈਸ ਕਰਦੇ ਹਾਂ। ਆਮੀਨ।
सब जगह से अपने बैठ जाओगे। हालेलुया, 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 हालेलुया। धन्यवाद, हालेलुया, धन्यवाद, हालेलुया। रिबिशन दे रिशे के तेरे रिबिशन दलाबा। प्रभु यीशु मसीह के नाम से खुदा का मैं आपको धन्यवाद करता हूँ प्रभु जी, धन्यवाद करता हूँ प्रभु जी। हालेलुया। कि सारे खुश हैं, वचन सुन ली तैयार है, सारे यीशु मसीह को जानते हैं। जरा नहीं जानता हथ खड़ा करो, जरा नहीं जानता। हालेलुया। मैं इस करके बोलिया कि इस किड्डा का ध्यान साडा इस विच आ, इसलिए जो लफ्ज बोलना वा उन्हें बड़े ध्यान नाल सुनना वा। हालेलुया। यीशु मसीह को सब जानते हैं। हालेलुया, हालेलुया। अपने गवांढी को कहो कि आज मैं खुश हाँ। हालेलुया। कहिए कहिए कहिए, मैं आज बहुत खुश हाँ। हालेलुया, हालेलुया। मैं भी आज तुहानू देख के बहुत ज्यादा खुश हाँ। आमीन। हालेलुया, हालेलुया, हालेलुया। प्रभु को ਅਸੀਂ जानते हैं कि पहचानते हैं? सवाल है। प्रभु को ਅਸੀਂ जानते हैं कि पहचानते हैं? पहचानता कौन कौन हाथ खड़ा करे? जानता कौन कौन है? हाँ जी, जानते नहीं आ, पहचानते नहीं आ और समझते नहीं। हालेलुया, 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 आमीन, हालेलुया। पहचानने का मतलब होता है कि ਅਸੀਂ बस पहचानते ही हाँ कि यीशु मसीह है साਡਾ। ਤੇ ਜਾਨਣਾ ਜਿਹੜਾ ਹੁੰਦਾ ਨਾ ਵਿਅਕਤੀਗਤ, ਜਿੱਦਾਂ ਮੈਂ ਪ੍ਰਭੂ ਦੇ ਦਾਸ ਨੂੰ ਜਾਂ ਹਰ ਇੱਕ ਜਨ ਨੂੰ ਵਿਅਕਤੀਗਤ ਤੌਰ ਤੇ ਜਾਣਦਾ ਵਾਂ ਕਿ ਇਹ ਕਿੱਦਾਂ ਦਾ ਵਾ, ਇਹਦਾ ਸੁਭਾਅ ਕਿੱਦਾਂ ਦਾ ਵਾ, ਇਹਦਾ ਉੱਠਣਾ ਬੈਠਣਾ ਕਿੱਦਾਂ ਦਾ ਵਾ, ਤੇ ਗੱਲ ਕਿੱਦਾਂ ਕਰਦਾ ਵਾ, ਉਹ ਹੈ ਜਾਣਨਾ। ਹਾਲੇਲੂਇਆ। ਹੁਣ ਦੱਸੋ ਅਸੀਂ ਪਰਮੇਸ਼ਰ ਨੂੰ, ਖੁਦਾ ਨੂੰ ਪਹਿਚਾਨਦੇ ਕਿ ਜਾਣਦੇ ਹਾਂ? ਹਾਂਜੀ, ਮੇਰੀ ਗੱਲ ਨੂੰ ਸਮਝ ਰਹੇ ਆ? कौन कौन यीशु मसीह ਨੂੰ ਜਾਣਦਾ ਵਾ? व्यक्तिगत कौन ਜਾਣਦਾ ਵਾ? ਮੇਰੇ ਬਾਪ ਦਾ ਰਿਸ਼ਤਾ ਮੇਰੇ ਨਾਲ ਆ। ਮੈਂ ਆਪਣੇ ਬਾਪ ਨੂੰ ਜਾਣਦਾ ਵਾਂ, ਦੁਨਿਆਵੀ ਬਾਪ ਨੂੰ। ਮੈਂ ਆਪਣੇ ਬਾਪ ਦੇ ਸੁਭਾਅ ਨੂੰ ਵੀ ਜਾਣਦਾ ਵਾਂ, ਉਹਦੇ ਵਿੱਚ ਕੀ ਐਕਟਿਵ ਸਾਰੀ ਚੀਜ਼ ਨੂੰ ਮੈਂ ਜਾਣਦਾ ਵਾਂ। ਹਰ ਇੱਕ ਇੱਥੇ ਕੁਆਰਾ ਕੌਣ ਕੌਣ ਆ? मेरी शादी नहीं हुई हाल तक। हाथ खड़ा ऊंचा करो, हालेलुया। बहुत जल्द ਤੁਹਾਡੀਆਂ ਸ਼ਾਦੀਆਂ ਹੋਣ ਵਾਲੀਆਂ ਹਨ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜਦੋਂ ਤੁਸੀਂ ਇੱਥੋਂ ਜਾਓਗੇ ਤੁਹਾਡੇ ਲਈ ਜੀਵਨ ਸਾਥੀ ਤਿਆਰ ਹੈ, ਪਰਮੇਸ਼ਵਰ ਨੇ ਰੱਖਿਆ ਹੋਇਆ ਵਾ। ਆਮੀਨ, ਹਾਲੇਲੂਇਆ, ਹਾਲੇਲੂਇਆ। ਔਰ ਜਿਹੜੇ ਨਹੀਂ ਸ਼ਾਦੀशुदा ਉਹਨੂੰ ਹਰ ਇੱਕ परमेश्वर को मंगना जीवन साथी कि प्रभु मैनू तुहाडी मर्जी का जीवन साथी चाहिए वा, मेरी मर्जी का नहीं। हालेलुया। कदे दुआ दे विच ये ना मंगया करो कि मैनू इहदे नाल ही शादी मेरी हो जाए, या फेसबुक ते देखिया कि उहदे नाल ही मेरी शादी हो जाए, है ना? शादी के जीवन साथी केड़ा मंगना वा? जेड़ा परमेश्वर दे वल्लों। हालेलुया। जेड़ा परमेश्वर दे वल्लों आ, ते जेड़ा परमेश्वर दे वल्लों आ वो कदी भी साडे जीवन दे विच दुख नहीं लेके आऊगा। हालेलुया। ते जेड़ा साडी मर्जी दा होगा वो फिर टेंशनां ही बदलियां वा। हालेलुया। मैनू इत्थे नहीं घुमाउण लैके गए ते मैनू उत्थों नहीं लैके गए, फिर वो टेंशनां बदलियां ते जेड़ा परमेश्वर दे वल्लों आ वो फिर परमेश्वर अपनी मर्जी नाल दिंदा कि इस बंदे नू इस जीवन साथी की जरूरत है। हालेलुया, हालेलुया, हालेलुया। जवाब दिया करो ताकि मैंने पता लगे कि तुम सुन रहे हैं। हालेलुया, हालेलुया। हाँ, वो सही है, सुनते नहीं जानते हैं। हालेलुया, हालेलुया, हालेलुया। ਅਸੀਂ ਹੁਣ ਪਰਮੇਸ਼ਰ ਨੂੰ ਕੀ ਆ ਜਾਣਨਾ ਵਾ। ਜਾਣਾਂਗੇ ਕਿੱਦਾਂ ਅਸੀਂ ਪਰਮੇਸ਼ਰ ਨੂੰ? बाइबल को कौन कौन पढ़ता हो?
ਸਾਰੇ ਪੜ੍ਹਦੇ ਨਾ ਜਿਹੜੇ ਬਾਈਬਲ ਪੜ੍ਹਦੇ ਆ ਉਹ ਖੜਾ ਕਰੋ ਅੱਛਾ ਆਮੀਨ ਹਾਲੇਲੂਇਆ ਭਾਈ ਰਕੇਸ਼ ਅਸੀਂ ਪਰਮੇਸ਼ਰ ਨੂੰ ਜਾਣਾਂਗੇ ਕਿੱਦਾਂ ਜੈਸ ਜਦੋਂ ਆਪਾਂ ਬੱਚੇ ਪੜ੍ਹਨੇ ਆ ਤੇ ਉਹਦੇ ਦੁਆਰਾ ਨੂੰ ਆਪਾਂ ਤਾਂ ਤਕਰੀਬਨ ਸਾਰਿਆਂ ਨੂੰ ਵੈਸੇ ਹੀ ਪਤਾ ਭਾਈ ਕੋ ਮਨ ਨਹੀਂ ਪਤਾ ਪਰਮੇਸ਼ਰ ਦੇ ਜਿਹੜੇ ਪਿਆਰ ਨੇ ਕੀ ਚੰਗੇ ਕੰਮ ਕੀਤੇ ਆ ਤੇ ਜਦੋਂ ਆਪਾਂ ਪੜ੍ਹਦੇ ਆ ਫਿਰ ਜਿਹੜੀ ਚੀਜ਼ਾਂ ਸਾਨੂੰ ਨਹੀਂ ਸਮਝ ਲੱਗਦੀ ਉਹ ਪਰਮੇਸ਼ਰ ਨੂੰ ਬੱਚੇ ਦੁਆਰਾ ਆਪਣੇ ਸਾਥ ਆਮੀਨ ਹਾਲੇਲੂਇਆ ਹਾਲੇਲੂਇਆ ਵਰਡ ਖੁਦਾ ਨੂੰ ਜਾਣਦਾ ਵਾ ਇਹ ਚ ਕੋਈ ਦੁਹਰਾਇਆ ਨਹੀਂ ਹੈ ਉਹਨਾਂ ਨੂੰ ਪਤਾ ਵਾ ਕਿ ਯਿਸੂ ਮਸੀਹ ਆ ਇਹਨੂੰ ਕ੍ਰਿਸਚਨ ਲੋਕ ਇਹਦੀ ਮੰਨਦੇ ਆ ਇਹਨੂੰ ਪਹਿਚਾਨਦੇ ਆ ਹੁਣ ਸਵਾਲ ਹੈ ਕਿ ਅਸੀਂ ਪਰਮੇਸ਼ਰ ਨੂੰ ਜਾਣਨਾ ਵਾ ਖੁਦਾ ਨੂੰ ਜਾਣਨਾ ਵਾ ਹੁਣ ਅਬਰਾਹਮ ਦੀ ਕਹਾਣੀ ਕਿਹਨੇ ਸੁਣੀ ਹੈ ਅਬਰਾਹਮ ਪਰਮੇਸ਼ਰ ਨੂੰ ਜਾਣਦਾ ਸੀ ਵਿਅਕਤੀਗਤ ਉਹਦਾ ਪਰਮੇਸ਼ਰ ਦੇ ਨਾਲ ਕੀ ਸੀ ਰਿਸ਼ਤਾ ਸੀ ਉਹ ਪਰਮੇਸ਼ਰ ਨੂੰ ਕੀ ਕਹਿੰਦਾ ਸੀ ਦੋਸਤ ਫਰੈਂਡ ਹਨਾ ਪਰਮੇਸ਼ਰ ਦਾ ਦੋਸਤ ਸੀ ਅੱਜ ਪਰਮੇਸ਼ਰ ਦਾ ਦੋਸਤ ਕੌਣ ਬਣਨਾ ਚਾਹੁੰਦਾ ਵਾ ਘਬਰਾਉਣੇ ਕਾ ਤੋ ਉੱਠਿਆ ਦੋਸਤ ਕੌਣ ਬਣਨਾ ਚਾਹੁੰਦਾ ਹੈ ਹਾਲੇਲੂਇਆ ਲਗਾ ਕੋਈ ਪਰਮੇਸ਼ਰ ਦਾ ਦੋਸਤ ਨਹੀਂ ਮੈਂ ਬਣਨਾ ਚਾਹੁੰਦਾ ਪਰਮੇਸ਼ਰ ਦਾ ਦੋਸਤ ਤੇ ਜੇ ਪਰਮੇਸ਼ਰ ਦਾ ਦੋਸਤ ਬਣਨਾ ਚਾਹੁੰਦੇ ਆ ਤੇ ਸਾਨੂੰ ਪਰਮੇਸ਼ਰ ਦੇ ਨਾਲ ਰਿਸ਼ਤਾ ਬਣਾਉਣਾ ਪੈਣਾ ਹਾਲੇਲੂਇਆ ਹਾਲੇਲੂਇਆ ਹੁਣ ਅਸੀਂ ਆਪਣੇ ਫੈਮਿਲੀ ਤੋਂ ਗੱਲ ਛਪਾ ਸਕਦੇ ਆ ਅਸੀਂ ਆਪਣੇ ਕਈ ਵਾਰੀ ਮਿਸਿਸ ਤੋਂ ਗੱਲ ਛਪਾ ਸਕਦੇ ਪਰ ਦੋਸਤ ਕੋ ਨਹੀਂ ਛਪਾਉਂਦੇ ਅਸੀਂ ਉਹਨਾਂ ਹਰ ਇੱਕ ਗੱਲ ਸ਼ੇਅਰ ਕਰਦੇ ਆ ਤਾਂ ਹੁਣ ਪਰਮੇਸ਼ਵਰ ਸਾਨੂੰ ਆਪਣਾ ਦੋਸਤ ਬਣਾਉਣਾ ਚਾਹੁੰਦਾ ਵਾ ਤਾਂ ਕਿ ਤੁਸੀਂ ਆਪਣੇ ਜੀਵਨ ਦੀ ਹਰ ਇੱਕ ਗੱਲ ਕਰ ਸਕੋ ਹਾਲੇਲੂਇਆ ਹਰ ਇੱਕ ਗੱਲ ਹਾਲੇਲੂਇਆ ਤੇ ਦੋਸਤ ਦੋਸਤਾਂ ਹੀ ਗੱਲ ਕਰ ਸਕਦਾ ਵਾ ਦੂਸਰਾ ਕੋਈ ਨਹੀਂ ਅਗਰ ਤੁਸੀਂ ਪਰਮੇਸ਼ਵਰ ਨਾਲ ਦੋਸਤੀ ਕਰਨਾ ਚਾਹੁੰਦੇ ਆ ਤੇ ਸਾਨੂੰ ਪਰਮੇਸ਼ਵਰ ਦੇ ਨਾਲ ਰਿਸ਼ਤਾ ਬਣਾਉਣਾ ਪੈਣਾ ਵਾ ਰਿਸ਼ਤਾ ਕਿੱਦਾਂ ਬਣੂਗਾ ਹਾਲੇਲੂਇਆ ਹਾਂਜੀ ਰਿਸ਼ਤਾ ਕਿੱਦਾਂ ਬਣੂਗਾ ਹੁਕਮ ਮੰਨ ਕੇ ਹਾਂਜੀ ਹੁਕਮ ਮੰਨ ਕੇ ਪਰਮੇਸ਼ਰ ਦੇ ਆਮੀਨ ਹਾਲੇਲੂਇਆ ਉਹਦੇ ਹੁਕਮਾਂ ਨੂੰ ਮੰਨ ਕੇ ਉਹਦੇ ਵਚਨਾਂ ਤੇ ਚੱਲ ਕੇ ਹਾਲੇਲੂਇਆ ਪਰਮੇਸ਼ਰ ਦਾ ਪ੍ਰੇਮ ਆਪਣੇ ਅੰਦਰ ਰਹਿ ਕੇ ਤੇ ਉਹਦੀ ਆਗਿਆਕਾਰੀ ਕਰਕੇ ਹਾਲੇਲੂਇਆ ਹਾਲੇਲੂਇਆ ਜੇ ਸਾਡੇ ਵਿੱਚ ਪਰਮੇਸ਼ਰ ਦੀ ਆਗਿਆਕਾਰੀ ਆ ਤੇ ਅਸੀਂ ਪਰਮੇਸ਼ਰ ਦੇ ਦੋਸਤ ਆ ਉਹਦੇ ਫਰੈਂਡ ਆ ਅੱਜ ਅਸੀਂ ਕਈ ਵਾਰੀ ਅਹਿਮਤ ਕਿਹਨੂੰ ਦਿੰਨੇ ਆ ਜ਼ਿਆਦਾਤਰ ਕਾਰੋਬਾਰ ਨੂੰ ਜਾਂ ਅਸੀਂ ਇੱਥੇ ਆਏ ਵੀ ਇੱਥੇ ਬੜੇ ਲੋਕਾਂ ਦਾ ਸਵਾਲ ਹੁੰਦਾ ਕਿ ਅਸੀਂ ਇੱਥੇ ਕਰਨ ਕੀ ਆਏ ਆ ਪੈਸਾ ਕਮਾਉਣ ਹਰ ਕੋਈ ਕਹਿੰਦਾ ਅਸੀਂ ਪੈਸਾ ਕਮਾਉਣ ਆਏ ਆ ਪਰ ਤੁਸੀਂ ਆਪਣੀ ਮਰਜ਼ੀ ਨਾਲ ਇਸ ਦੇਸ਼ ਦੇ ਵਿੱਚ ਨਹੀਂ ਆਏ ਪਰਮੇਸ਼ਵਰ ਤੁਹਾਨੂੰ ਇਸ ਦੇਸ਼ ਦੇ ਵਿੱਚ ਲੈ ਕੇ ਆਇਆ ਅਗਰ ਪਰਮੇਸ਼ਵਰ ਇਸ ਦੇਸ਼ ਦੇ ਵਿੱਚ ਤੁਹਾਨੂੰ ਲੈ ਕੇ ਆਇਆ ਤੇ ਮਰਜ਼ੀ ਸਾਡੇ ਜੀਵਨਾਂ 'ਚ ਕਿਹਦੀ ਪੂਰੀ ਹੋਣੀ ਚਾਹੀਦੀ ਆ ਪਰਮੇਸ਼ਵਰ ਦੀ ਆਮੇਨ ਹਾਲੇਲੂਇਆ 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 ਕਿਉਂਕਿ ਪਰਮੇਸ਼ਵਰ ਸਾਡਾ ਅਗਰ ਅਸੀਂ ਪਰਮੇਸ਼ਵਰ ਨੂੰ ਆਪਣਾ ਦੋਸਤ ਬਣਾਉਣਾ ਚਾਹੁੰਦੇ ਆ ਤੇ ਸਾਨੂੰ ਦੋਸਤ ਦੀ ਹਰ ਗੱਲ ਨੂੰ ਮੰਨਣਾ ਪੈਣਾ ਵਾ ਹਾਲੇਲੂਇਆ ਹਰ ਇੱਕ ਦੋਸਤ ਜੋ ਸਾਨੂੰ ਕਹਿੰਦਾ ਵਾ ਉਹਦੀ ਗੱਲ ਨੂੰ ਮੰਨਣਾ ਪੈਣਾ ਵਾ ਦੋਸਤ ਕਦੀ ਵੀ ਬੁਰੇ ਕੰਮ ਦੇ ਵਿੱਚ ਲੈ ਕੇ ਨਹੀਂ ਜਿਹੜਾ ਸੱਚਾ ਦੋਸਤ ਆ ਜਿਹੜਾ ਸੱਚਾ ਦੋਸਤ ਆ ਮੈਂ ਸੱਚੇ ਦੋਸਤ ਦੀ ਗੱਲ ਕਰਦਾ ਵਾਂ ਦੋਸਤੀ ਸਾਡੀ ਹੋਊਗੀ ਇੱਕ ਦੂਸਰੇ ਨਾਲ ਤੇ ਦੋਸਤ ਇਹ ਵੀ ਹੁੰਦੇ ਆ ਕਿ ਸਾਨੂੰ ਗਲਾਸੀ ਵੀ ਫੜਾ ਦਿੰਦੇ ਆ ਕਿ ਪੀ ਲਾ ਹਨਾ ਦੋਸਤ ਸਾਨੂੰ ਯਾਨੀ ਕਿ ਗਲਤ ਵੇ ਤੇ ਵੀ ਲੈ ਜਾਂਦੇ ਉਹ ਵੀ ਦੋਸਤ ਆ ਪਰ ਸੱਚਾ ਦੋਸਤ ਸਾਨੂੰ ਕਦੇ ਵੀ ਗਲਤ ਕੰਮ ਦੇ ਵਿੱਚ ਲੈ ਕੇ ਨਹੀਂ ਜਾਊਗਾ ਔਰ ਸੱਚਾ ਦੋਸਤ ਸਿਰਫ ਇੱਕ ਹੀ ਆ ਉਹ ਹੈ ਯਿਸੂ ਮਸੀਹ ਆਮੀਨ ਆਮੀਨ ਜੇ ਤੁਸੀਂ ਉਹਦੀ ਦੋਸਤੀ ਨੂੰ ਚਾਹੁੰਦੇ ਆ ਤੇ ਅੱਜ ਪਰਮੇਸ਼ਵਰ ਦੇ ਨਾਲ ਤੁਹਾਨੂੰ ਰਿਸ਼ਤਾ ਬਣਾਉਣਾ ਪੈਣਾ ਵਾ ਹਾਲੇਲੂਇਆ ਅੱਜ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਨਾ ਪੈਣਾ ਵਾ ਹਾਲੇਲੂਇਆ 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 ਸਭ ਤੋਂ ਪਹਿਲਾਂ ਤੁਸੀਂ ਸਭ ਜਾਣਦੇ ਆ ਕਿ ਯਿਸੂ ਮਸੀਹ ਇਸ ਧਰਤੀ ਤੇ ਆਇਆ ਕਿਉਂ ਆ ਸਭ ਜਾਣਦੇ ਆ ਹਾਂਜੀ ਸਭ ਲੋਕ ਜਾਣਦੇ ਆ ਹਨਾ ਅਗਰ ਜਾਣਦੇ ਆ ਤੇ ਸਾਨੂੰ ਹੁਣ ਪਰਮੇਸ਼ਵਰ ਦੇ ਨਾਲ
ਉਸ ਪ੍ਰੇਮ ਦੇ ਵਿੱਚ ਚੱਲਣਾ ਉਹ ਸਾਨੂੰ ਹੋਣਾ ਚਾਹੀਦਾ ਵਾ ਜਿਸ ਤਰ੍ਹਾਂ ਸਾਨੂੰ ਅਸੀਂ ਕਿਹਾ ਵਾ ਕਿ ਅਸੀਂ ਹੁਣ ਪਰਮੇਸ਼ਵਰ ਦੇ ਵਿੱਚ ਅੱਛੀ ਦੋਸਤੀ ਨੂੰ ਕਿੱਦਾਂ ਨਿਭਾ ਸਕਦੇ ਆ, ਇੱਕ ਪਰਮੇਸ਼ਵਰ ਦੀ ਆਗਿਆਕਾਰੀ ਕਰਕੇ। ਅਗਰ ਪਰਮੇਸ਼ਵਰ ਸਾਨੂੰ ਕਹਿੰਦਾ ਕਿ ਦੁਆ ਦੇ ਵਿੱਚ ਬੈਠ, ਤੇ ਸਾਨੂੰ ਦੁਆ ਦੇ ਵਿੱਚ ਬੈਠਣਾ ਚਾਹੀਦਾ ਵਾ। ਹਾਲੇਲੂਇਆ। ਅਗਰ ਸਾਨੂੰ ਪਰਮੇਸ਼ਵਰ ਕਹਿੰਦਾ ਕਿ ਵਚਨ ਪੜ੍ਹ, ਤੇ ਸਾਨੂੰ ਵਚਨ ਪੜ੍ਹਨਾ ਚਾਹੀਦਾ ਵਾ। ਹਾਲੇਲੂਇਆ। ਆਗਿਆਕਾਰੀ। ਹਾਲੇਲੂਇਆ। ਅਸੀਂ ਪਿਛਲੇ ਹਫਤੇ 2-3 ਦਿਨਾਂ ਦੇ ਵਿੱਚ ਸਿੱਖ ਰਹੇ ਸੀ ਕਿ ਡਰੋ ਨਾ, ਪਰਮੇਸ਼ਵਰ ਲਈ ਖੜੇ ਹੋ ਜਾਓ। ਹਾਲੇਲੂਇਆ। ਅੱਜ ਪਰਮੇਸ਼ਵਰ ਦੇ ਲਈ ਖੜਾ ਕੌਣ ਹੋਣਾ ਚਾਹੁੰਦਾ ਵਾ? ਹਾਲੇਲੂਇਆ। ਕਿ ਮੈਂ ਪਰਮੇਸ਼ਵਰ ਦੇ ਲਈ ਖੜਾ ਹਾਂ। ਹਾਲੇਲੂਇਆ। ਅਸੀਂ 3 ਹਫ਼ਤਿਆਂ ਤੋਂ ਸਿੱਖ ਰਹੇ ਸੀ ਕਿ ਕਿੱਦਾਂ ਖੜੇ ਹੋਣਾ ਵਾ। ਉਹ ਡਰੋ ਨਾ ਪਰਮੇਸ਼ਵਰ ਕਹਿ ਰਿਹਾ ਵਾ, ਪਰ ਹੁਣ ਅਸੀਂ ਪਰਮੇਸ਼ਵਰ ਦੇ ਵਿੱਚ ਖੜੇ ਕਿੱਦਾਂ ਰਹਿ ਸਕਦੇ ਹਾਂ? ਪਰਮੇਸ਼ਵਰ ਦੇ ਵਿੱਚ, ਖੁਦਾ ਦੇ ਵਿੱਚ ਖੜੇ ਕਿੱਦਾਂ ਰਹਿ ਸਕਦੇ ਹਾਂ? ਹਾਲੇਲੂਇਆ। ਅਸੀਂ ਅੱਜ 2 ਕਰੈਕਟਰ ਬਾਰੇ ਦੇਖਾਂਗੇ ਬਾਈਬਲ ਦੇ ਵਿੱਚ, ਬੜੇ ਫੇਮਸ ਕਰੈਕਟਰ ਆ। ਹਾਲੇਲੂਇਆ। ਔਰ ਇੱਕ ਕਰੈਕਟਰ ਨੂੰ ਤਾਂ ਯਿਸੂ ਮਸੀਹ ਦਾ ਰੂਪ ਦੱਸਿਆ ਜਾਂਦਾ ਵਾ। ਹਾਲੇਲੂਇਆ। ਕਿ ਉਹ ਯਿਸੂ ਮਸੀਹ ਦਾ ਜਾਨੀ ਕਿ ਉਹਦਾ ਪਹਿਚਾਨ ਸੀ ਕਿ ਯਿਸੂ ਮਸੀਹ ਇਦਾਂ ਦਾ ਆਵਾਜ਼ ਆ, ਉਹਦੀ ਪਹਿਚਾਨ ਸੀ। ਔਰ ਦੂਸਰਾ ਕਰੈਕਟਰ ਸੀ ਉਹ ਆਗਿਆਕਾਰੀ ਵਾਲਾ। ਹਾਲੇਲੂਇਆ। ਦੂਸਰਾ ਕੀ ਸੀ? ਉਹਨੇ ਆਪਣੇ ਜੀਵਨ 'ਚ ਆਗਿਆਕਾਰੀ ਕਦੀ ਵੀ ਨਹੀਂ ਛੱਡੀ। ਹਾਲੇਲੂਇਆ। ਹਾਲੇਲੂਇਆ। ਅਸੀਂ ਉਸ ਤੋਂ ਪਹਿਲਾਂ ਇੱਕ ਵਚਨ ਨੂੰ ਪੜ੍ਹ ਲਾਂਗੇ, ਯਹੂਨਾ ਦੀ ਅੰਜੀਲ ਉਹਦਾ 14 ਅਧਿਆਇ ਉਹਦੀ 6 ਆਇਤ ਨੂੰ ਪੜਾਂਗੇ। ਹਾਲੇਲੂਇਆ। ਅਗਰ ਸਾਡਾ ਪਰਮੇਸ਼ਵਰ ਦੇ ਨਾਲ ਪ੍ਰੇਮ ਆ, ਰਿਸ਼ਤਾ ਵਾ, ਅਗਰ ਅਸੀਂ ਜਾਣਦੇ ਆ ਕਿ ਅਸੀਂ ਪਰਮੇਸ਼ਵਰ ਨੂੰ ਜਾਣਨਾ ਵਾ, ਤੇ ਸਾਡੇ ਜੀਵਨ ਦੇ ਵਿੱਚ ਉਹਨੇ ਆਪ ਕਿਹਾ ਵਾ ਤੇ ਮੈਂ ਕੀ ਹਾਂ। ਹਾਲੇਲੂਇਆ। ਯਿਸੂ ਨੇ ਉਸ ਨੂੰ ਆਖਿਆ, ਹਾਂ, ਰਾਹ ਅਤੇ ਸੱਚਾਈ ਹਾਂ ਅਤੇ ਜਿਉਂ ਮੈਂ ਹਾਂ। ਆਮੀਨ। ਹਾਲੇਲੂਇਆ। ਕੀ ਤੁਸੀਂ ਇਸ ਗੱਲ ਤੇ ਵਿਸ਼ਵਾਸ ਕਰਦੇ ਆ? ਅਗਰ ਤੁਸੀਂ ਇਸ ਗੱਲ ਤੇ ਵਿਸ਼ਵਾਸ ਕਰਦੇ ਆ ਕਿ ਯਿਸੂ ਮਸੀਹ ਰਾਹ ਵਾ, ਯਿਸੂ ਮਸੀਹ ਹੀ ਸੱਚ ਆ, ਤੇ ਯਿਸੂ ਮਸੀਹ ਹੀ ਜੀਵਨ ਆ, ਫਿਰ ਅਸੀਂ ਆਪਣੇ ਰਾਹ ਤੋਂ ਭਟਕਦਾ ਤੋਂ ਜਾਂਦੇ ਆ। ਫਿਰ ਸਾਡੇ ਜੀਵਨ ਦੇ ਵਿੱਚ ਝੂਠ ਕਿਉਂ ਆਉਂਦਾ ਵਾ? ਜੇ ਸਾਨੂੰ ਇਹ ਕਹਿੰਦਾ ਪਰਮੇਸ਼ਵਰ ਮੈਂ ਜੀਵਨ ਆ, ਤੇ ਫਿਰ ਜੀਵਨ ਪਾ ਕੇ ਅਸੀਂ ਹਾਲੇ ਵੀ ਮੌਤ ਦੇ ਵਿੱਚ ਕਿਉਂ ਆ? ਪਰਮੇਸ਼ਵਰ ਦੇ ਅਸੀਂ ਕਹਿੰਦੇ ਅਸੀਂ ਵਚਨ ਨੂੰ ਇਸ ਨੂੰ ਮੰਨਦੇ ਆ ਕਿ ਯਿਸੂ ਮਸੀਹ ਰਾਹ ਵਾ, ਸੱਚ ਆ ਔਰ ਜੀਵਨ ਆ, ਹਨਾ? ਤੇ ਜੇ ਇਸ ਗੱਲ ਤੇ ਅਸੀਂ ਵਿਸ਼ਵਾਸ ਕਰਦੇ, ਜਿਹੜੇ ਵਚਨ ਨੂੰ ਪੜ੍ਹਦੇ ਆ, ਸੁਣਦੇ ਆ, ਅਸੀਂ ਸਭ ਲੋਕ ਪਰਮੇਸ਼ਵਰ ਨੂੰ, ਖੁਦਾ ਨੂੰ, ਯਿਸੂ ਮਸੀਹ ਨੂੰ ਫੋਲੋ ਕਰਦੇ ਆ, ਤਾਂ ਅਗਰ ਸਾਡੇ ਜੀਵਨ ਦੇ ਵਿੱਚ ਇਹ ਵਚਨ ਆ, ਅਸੀਂ ਜਾਣਦੇ ਆ ਕਿ ਮੰਨਦੇ ਆ ਕਿ ਯਿਸੂ ਮਸੀਹ ਸੱਚ ਆ, ਰਾਹ ਆ ਤੇ ਜੀਵਨ ਆ, ਫਿਰ ਸਾਡੇ ਜੀਵਨ ਦੇ ਵਿੱਚ ਹਨੇਰਾ ਕਿਉਂ ਆ? ਫਿਰ ਸਾਡੇ ਜੀਵਨ ਦੇ ਵਿੱਚ ਮੌਤ ਕਿਉਂ ਆ? ਫਿਰ ਸਾਡੇ ਜੀਵਨ ਦੇ ਵਿੱਚ ਨਿਰਾਸ਼ਾ ਕਿਉਂ ਆ? ਇਹਦਾ ਮਤਲਬ ਅਸੀਂ ਹਾਲੇ ਤੱਕ ਪਰਮੇਸ਼ਵਰ ਨੂੰ ਵਿਅਕਤੀਗਤ ਜਾਣਿਆ ਨਹੀਂ। ਇਸ ਵਚਨ ਤੇ ਅਸੀਂ ਵਿਸ਼ਵਾਸ ਕੀਤਾ ਨਹੀਂ। ਪੜ੍ਹਦੇ ਆ, ਸੁਣਦੇ ਜ਼ਰੂਰ ਆ, ਪਰ ਇਸ ਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਨਹੀਂ ਕਰਦੇ। ਹਾਲੇਲੂਇਆ। ਮੇਰੇ ਪ੍ਰਿਯੋ, ਯਿਸੂ ਮਸੀਹ ਤੋਂ ਬਗੈਰ ਕੋਈ ਵੀ ਮੁਕਤੀ ਦੇਣ ਵਾਲਾ ਨਹੀਂ ਆ। ਇਸ ਜੀਵਨ ਦੀ ਮੁਕਤੀ ਸਾਨੂੰ ਜ਼ਰੂਰ ਚਾਹੀਦੀ ਆ। ਇਹ ਜੀਵਨ ਨਵਾਂ ਜਨਮ ਪਾਉਣਾ ਬਹੁਤ ਜ਼ਰੂਰੀ ਆ। ਜਿੰਨਾ ਚੱਕਰ ਅਸੀਂ ਇਸ ਧਰਤੀ ਤੇ ਰਹਿ ਕੇ ਨਵਾਂ ਜਨਮ ਨਹੀਂ ਪਾਵਾਂਗੇ, ਅਸੀਂ ਸਵਰਗ ਦੇ ਵਿੱਚ ਜਾ ਨਹੀਂ ਸਕਦੇ। ਸਾਡੀ ਦੌੜ ਕਿਹੜੀ ਆ? ਸਵਰਗ ਦੀ। ਤੇ ਸਵਰਗ ਜਾਣ ਲਈ ਸਾਨੂੰ ਰਾਹ ਤੇ ਚੱਲਣਾ ਪੈਣਾ। ਉਹ ਰਾਹ ਕੀ ਆ? ਯਿਸੂ ਮਸੀਹ। ਅਗਰ ਅਸੀਂ ਸੱਚ ਤੇ ਚੱਲਦੇ ਆ ਤੇ ਅਸੀਂ ਉਸ ਸਵਰਗ ਦੇ ਵਿੱਚ ਜਾਵਾਂਗੇ। ਅਗਰ ਅਸੀਂ ਜੀਵਨ ਦੇ ਵਿੱਚ ਚੱਲਦੇ ਆ ਤਾਂ ਸਾਨੂੰ ਹਮੇਸ਼ਾ ਦਾ ਜੀਵਨ ਦੇਣ ਵਾਲਾ ਵਾ। ਹਾਲੇਲੂਇਆ। ਪਰ ਉਹਦੇ ਲਈ ਸਾਨੂੰ ਪਹਿਲਾਂ ਪਰਮੇਸ਼ਵਰ ਦੇ ਨਾਲ ਕੀ ਕਰਨਾ ਪੈਣਾ? ਰਿਸ਼ਤਾ ਵਿਅਕਤੀਗਤ ਬਣਾਉਣਾ ਪੈਣਾ। ਵਿਅਕਤੀਗਤ ਰਿਸ਼ਤਾ ਤਦ ਬਣੂਗਾ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਬੈਠਾਂਗੇ, ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਗੱਲ ਕਰਾਂਗੇ। ਅੱਜ ਸਾਡੇ ਅੱਗੇ ਕਈ ਵਾਰੀ ਸ਼ਬਦ ਇਹ ਹੁੰਦੇ ਆ, ਪ੍ਰਭੂ ਤੇਰਾ ਧੰਨਵਾਦ, ਤੇਰਾ ਸ਼ੁਕਰ ਕਰਦੇ ਤੂੰ ਸਾਨੂੰ ਸੰਭਾਲ ਕੇ ਰੱਖਿਆ। ਜ਼ਿਆਦਾ ਮੋਸਟ ਦੁਆਵਾਂ 'ਚ ਇਦਾਂ ਹੀ ਹੁੰਦਾ ਵਾ। ਕਦੀ ਅਸੀਂ ਪਰਮੇਸ਼ਵਰ ਨਾਲ ਦੋਸਤ ਦੀ ਤਰ੍ਹਾਂ ਗੱਲ ਕੀਤੀ ਜਦੋਂ ਦੁਆ 'ਚ ਬੈਠੇ ਜਾਂ ਚੱਲਦੇ ਹੋਏ ਤੇ ਪਰਮੇਸ਼ਵਰ ਨਾਲ ਅਸੀਂ ਗੱਲ ਕੀਤੀ ਆ? ਜੇ ਮੇਰੀ ਵਾਈਫ ਨਾਲ ਮੇਰੀ ਨਾਲ ਗੱਲ ਹੋ ਰਹੀ ਸੀ
ਕਿ ਅਸੀਂ ਆਤਮਾ ਨੂੰ ਕਿੱਦਾਂ ਪੁੱਛ ਕੇ ਕਰਨਾ। ਪ੍ਰਭੂ ਅੱਜ ਤੇਰੀ ਮਰਜ਼ੀ ਪਵਿੱਤਰ ਆਤਮਾ ਮੇਰੇ ਜੀਵਨ 'ਚ ਹੋਵੇ। ਮੈਂ ਪ੍ਰਭੂ ਕੰਮ ਤੇ ਚੱਲਾਂ, ਪਵਿੱਤਰ ਆਤਮਾ ਤੁਸੀਂ ਮੈਨੂੰ ਚਲਾਓ। ਕਦੀ ਉੱਠਦੇ ਸਾਰ ਇਦਾਂ ਕੀਤਾ ਵਾ? ਅਸੀਂ ਉੱਠਦੇ ਸਾਰ ਪਹਿਲੋਂ ਮੋਬਾਈਲ ਨੂੰ ਦੇਖਦੇ ਹਾਂ ਕਿ ਮੈਸੇਜ ਕਿਹਦਾ ਆਇਆ ਵਾ, ਗੁੱਡ ਮਾਰਨਿੰਗ ਕਿਹਦੀ ਆਈ ਆ। ਜਿਹੜਾ ਖੁਦਾ ਸਾਨੂੰ ਬਣਾਉਣ ਵਾਲਾ ਵਾ, ਜਿਹੜਾ ਸਾਨੂੰ ਜੀਵਨ ਦਿੱਤਾ, ਜਿਹਨੇ ਸਾਨੂੰ ਜਵਾਨੀ ਦਿੱਤੀ ਆ, ਕਦੀ ਉਹਨੂੰ ਗੁੱਡ ਮਾਰਨਿੰਗ ਉੱਠ ਕੇ ਕਿਹਾ ਵਾ? ਕਦੀ ਪਵਿੱਤਰ ਆਤਮਾ ਨੂੰ ਬੋਲਿਆ ਵਾ? ਪਰਮੇਸ਼ਵਰ ਦੇ ਨਾਲ ਰਿਸ਼ਤਾ ਸਾਡਾ ਹੋਣਾ ਬਹੁਤ ਜ਼ਰੂਰੀ ਆ। ਜੇ ਰਿਸ਼ਤਾ ਨਹੀਂ ਆ ਤੇ ਸਾਡਾ ਪਰਮੇਸ਼ਵਰ ਦੇ ਨਾਲ ਵਿਅਕਤੀਗਤ ਕੋਈ ਵੀ ਚਾਲ ਚੱਲਣ ਦਾ ਸੁਭਾਅ ਨਹੀਂ ਆ, ਫਿਰ ਪਰਮੇਸ਼ਵਰ ਸਾਡਾ ਫਰੈਂਡ ਨਹੀਂ ਹੋ ਸਕਦਾ। ਲਿਖਿਆ ਸੱਚਾ ਦੋਸਤ ਆਪਣੇ ਦੋਸਤ ਦੀ ਜਾਨ ਵੀ ਦੇ ਦਿੰਦਾ। ਸੱਚਾ ਦੋਸਤ ਇੱਕੋ ਹੈ ਜਿਹਨੇ ਸਾਡੇ ਲਈ ਜੀਵਨ ਲਈ ਉਹਨੇ ਜਾਨ ਦੇ ਦਿੱਤੀ ਸਲੀਬ ਦੇ ਉੱਤੇ। ਉਹਨੇ ਇੱਕ ਇੱਕ ਕਤਰਾ ਸਾਡੇ ਲਈ ਬਹਾ ਦਿੱਤਾ ਕਿ ਸਾਡੇ ਜੀਵਨ 'ਚ ਅੱਜ ਉਹਦੇ ਬਲੱਡ ਦੀ, ਉਹਦੇ ਲਹੂ ਦੀ ਕਦਰ ਹੈਗੀ ਆ। ਕਿਉਂਕਿ ਇਹ ਜਵਾਨੀ ਇੱਕ ਦਿਨ ਢਲ ਜਾਣੀ ਆ, ਖਤਮ ਹੋ ਜਾਣੀ ਆ। ਪਰ ਲਿਖਿਆ ਨਾ ਉਪਦੇਸ਼ਕ ਦੇ ਵਿੱਚ ਕਹਿੰਦਾ ਹੈ, ਨੌਜਵਾਨ ਆਪਣੀ ਜਵਾਨੀ ਦੇ ਦਿਨ ਦੇ ਵਿੱਚ ਆਪਣੇ ਕਰਤਾਰ ਨੂੰ ਚੇਤੇ ਰੱਖ ਜਿਹਨੇ ਤੈਨੂੰ ਬਣਾਇਆ ਵਾ। ਉਸ ਰਾਹ ਤੇ ਸੱਚਾਈ ਤੇ ਚੱਲਣ ਲਈ ਸਾਨੂੰ ਸਭ ਤੋਂ ਪਹਿਲਾਂ ਯੀਸ਼ੂ ਮਸੀਹ ਦੇ ਨਾਲ ਰਿਸ਼ਤਾ ਬਣਾਉਣਾ ਬਹੁਤ ਜ਼ਰੂਰੀ ਆ। ਨਹੀਂ ਤਾਂ ਅਸੀਂ ਨਾ ਤਾਂ ਰਾਹ ਨੂੰ ਜਾਣਾਂਗੇ, ਨਾ ਸੱਚ ਨੂੰ ਜਾਣਾਂਗੇ, ਤੇ ਨਾ ਜੀਵਨ ਨੂੰ ਜਾਣ ਸਕਾਂਗੇ। ਬੇਸ਼ੱਕ ਅਸੀਂ ਬਹੁਤ ਪ੍ਰਚਾਰ ਸੁਣਦੇ ਆ ਸੋਸ਼ਲ ਮੀਡੀਆ ਤੇ, ਬਹੁਤ ਪ੍ਰਚਾਰ ਸੁਣਦੇ ਆ, ਦੁਆਵਾਂ ਅਸੀਂ ਬੜੇ ਅਭਿਸ਼ੇਕ ਦਾਸ ਆ। ਅੱਜ ਜਿਹੜਾ ਟੀਚਿੰਗ ਆ, ਜਿਹੜਾ ਯਾਨੀ ਕਿ ਗਿਆਨ ਆ, ਸਪੀਚ ਤੇ ਆ, ਬਹੁਤ ਜ਼ਿਆਦਾ ਵਾ। ਪਰ ਜਿੰਨਾ ਚੱਕਰ ਅਸੀਂ ਅੱਜ ਪਰਮੇਸ਼ਵਰ ਦੇ ਜੀਵਨ ਦੇ ਵਿੱਚ ਉਹ ਆਪਣਾ ਜੀਵਨ ਉਹਨੂੰ ਨਹੀਂ ਦਿੰਨੇ, ਉਹਨਾਂ ਚੱਕਰ ਸਾਡੇ ਜੀਵਨ ਦੇ ਵਿੱਚ ਨਾ ਤਾਂ ਅਸੀਂ ਸੱਚ ਨੂੰ ਜਾਣਿਆ ਵਾ, ਤੇ ਨਾ ਰਾਹ ਨੂੰ ਜਾਣਿਆ ਵਾ, ਤੇ ਨਾ ਅਸੀਂ ਉਹਦੇ ਜੀਵਨ ਨੂੰ ਜਾਣਿਆ ਵਾ। ਫਿਰ ਇਹ ਸਾਡੀ ਸਿਰਫ ਪੜਨ ਵਾਲੀ ਆ ਜਾਂ ਸੁਣਨ ਵਾਲੀ ਆਇਤ ਆ ਕਿ ਰਾਹ, ਸੱਚ ਤੇ ਜੀਵਨ ਸਿਰਫ ਪਰਮੇਸ਼ਵਰ ਆ। ਜਿੰਨਾ ਚੱਕਰ ਅਸੀਂ ਇਹਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਨਹੀਂ ਕਰਦੇ, ਜਿੰਨਾ ਚੱਕਰ ਅਸੀਂ ਇਹਨੂੰ ਵਿਅਕਤੀਗਤ ਨਹੀਂ ਲੈਂਦੇ, ਉਹਨਾਂ ਚੱਕਰ ਅਸੀਂ ਪਰਮੇਸ਼ਵਰ ਨੂੰ ਕਦੇ ਵੀ ਜਾਣ ਨਹੀਂ ਸਕਦੇ। ਕਿਉਂਕਿ ਪਰਮੇਸ਼ਵਰ ਡਰਾਉਣ ਵਾਲਾ ਪਰਮੇਸ਼ਵਰ ਨਹੀਂ ਆ, ਉਹ ਪਿਆਰ ਕਰਨ ਵਾਲਾ ਪਰਮੇਸ਼ਵਰ ਆ। ਕੀ ਕਰਨ ਵਾਲਾ ਵਾ? ਪਿਆਰ ਕਰਨ ਵਾਲਾ। ਜੇ ਅੱਜ ਵੀ ਤੁਸੀਂ ਉਹਦੇ ਅੱਗੇ ਘੁਟਨੇ ਟੇਕ ਦਿੰਦੇ ਆ ਤੇ ਪਰਮੇਸ਼ਵਰ ਅੱਜ ਵੀ ਤੁਹਾਨੂੰ ਗਲੇ ਲਗਾਉਣ ਦੀ ਸਾਮਰਥ ਰੱਖਦਾ ਹੈ। ਆਮੇਨ। ਹਾਲੇਲੂਇਆ, 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 ਹਾਲੇਲੂਇਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਮੇਰੇ ਪ੍ਰਿਯੋ, ਅਗਰ ਪਰਮੇਸ਼ਵਰ ਨਾਲ ਸਾਡਾ ਵਿਅਕਤੀਗਤ ਰਿਸ਼ਤਾ ਵਾ ਤੇ ਅਸੀਂ ਉਹਦੇ ਨਾਲ ਚੱਲ ਸਕਦੇ ਹਾਂ, ਵਰਨਾ ਅਸੀਂ ਥੋੜੀ ਦੇਰ ਚੱਲਾਂਗੇ, ਥੋੜੀ ਜਿਹੀ ਮੁਸੀਬਤ ਆਈ ਤਾਂ ਅਸੀਂ ਡਿੱਗ ਜਾਵਾਂਗੇ। ਮੈਂ ਆਪਣੀ ਗਵਾਹੀ ਦੇਣਾ ਚਾਹੁੰਦਾ ਵਾਂ ਕਿ ਮੈਂ 4 ਸਾਲ ਮੈਨੂੰ ਕੁਵੈਤੀ ਦੇ ਘਰ ਕੰਮ ਕਰਦੇ ਹੋ ਗਏ, 5 ਸਾਲ ਲੱਗਾ ਪਿਆ ਵਾ। ਮੈਂ ਆਪਣੇ ਜੀਵਨ 'ਚ ਕਦੀ ਵੀ ਨਿਰਾਸ਼ਾ ਨਹੀਂ ਲੈ ਕੇ ਆਉਂਦੀ। ਮੈਂ 120 ਦੇ ਵਿੱਚ 4 ਸਾਲ ਕੰਮ ਕੀਤਾ, ਹੁਣ ਮੇਰੀ 150 ਸੈਲਰੀ ਹੋਈ ਹੈ। ਪਰ ਮੈਂ ਕਦੀ ਵੀ ਖੁਦਾ ਦੇ ਅੱਗੇ ਕਦੀ ਵੀ ਨਿਰਾਸ਼ਾ ਨਹੀਂ। ਪਰਮੇਸ਼ਵਰ ਜਿੰਨੇ 'ਚ ਤੂੰ ਮੈਨੂੰ ਖੁਸ਼ ਰੱਖਦਾ ਵਾ, ਮੈਂ ਉਹਨੇ 'ਚ ਤੇਰਾ ਧੰਨਵਾਦ ਕਰਦਾ ਵਾਂ। ਆਮੇਨ। ਤੇ ਅੱਜ ਪਰਮੇਸ਼ਵਰ ਨੇ ਹਰ ਪੱਖੋਂ ਬਰਕਤ ਦਿੱਤੀ ਹੈ। ਕਦੀ ਮੇਰੇ ਐਂਡ ਤੱਕ ਮੇਰੀ ਜੇਬ ਚੋਂ ਪੈਸਾ ਨਹੀਂ, 10 ਦਿਨਾਰ ਮੇਰੀ ਜੇਬ ਦੇ ਵਿੱਚ ਰਹਿਣੇ ਆ, 15 ਦਿਨਾਰ 20 ਵੀ ਰਹਿ ਜਾਂਦੇ। ਉਹਦੇ ਵਿੱਚੋਂ ਮੈਂ ਘਰ ਵੀ ਸਾਰੇ ਖਰਚੇ ਚਲਾਉਣੇ ਆ, ਔਰ ਪ੍ਰਭੂ ਦੇ ਦਾਸ ਦੀ ਵੀ ਕਿਸੇ ਦੀ ਕੋਈ ਫੋਨ ਆ ਗਿਆ ਉਹਦੀ ਵੀ ਹੈਲਪ ਕਰਨੀ ਆ। ਪਰ ਖੁਦਾ ਮੇਰੀ ਸਾਰੀ ਜ਼ਰੂਰਤ ਨੂੰ ਪੂਰਾ ਕਰਦਾ। ਅਸੀਂ ਅੱਜ ਕਿਉਂਕਿ ਮੇਰਾ ਰਿਸ਼ਤਾ ਜਿਹੜਾ ਵਿਅਕਤੀਗਤ ਕਿਹੜੇ ਨਾਲ ਆ? ਪਰਮੇਸ਼ਵਰ ਦੇ। ਮੈਨੇ ਰਾਹ ਨੂੰ ਜਾਣਿਆ ਵਾ, ਸੱਚ ਨੂੰ ਜਾਣਿਆ ਵਾ, ਉਹਦੀ ਕੁਦਰਤ ਨੂੰ ਜਾਣਿਆ ਕਿ ਪਰਮੇਸ਼ਵਰ ਹੈਗਾ ਵਾ। ਮੈਂ ਕ੍ਰਿਸਚੀਅਨ ਫੈਮਿਲੀ ਦੇ ਵਿੱਚੋਂ ਸੀ, ਮੈਂ ਸਾਈ ਸੀ, ਜਿਹਨੂੰ ਮੈਂ ਪਰਮੇਸ਼ਵਰ ਨੂੰ ਸਿਰਫ ਪਹਿਚਾਨਦਾ ਸੀ। ਵੱਡੇ ਦਿਨ ਤੇ ਜਾਣਾ, ਡਰਿੰਕ ਕਰਨੀ, ਬੋਤਲ ਦੀ ਬੋਤਲ, ਨੱਚਣਾ, ਖੂਬ ਨੱਚਣਾ। ਪਰ ਯੀਸ਼ੂ ਮਸੀਹ ਨੂੰ ਵਿਅਕਤੀਗਤ ਮੈਂ ਜਾਣਿਆ ਨਹੀਂ ਸੀ। ਮੈਂ ਕੋਠੇ ਤੋਂ ਛਾਲ ਮਾਰੀ ਮਰਨ ਲਈ,
ਮੈਂ ਟ੍ਰੇਨ ਥੱਲੇ ਗਿਆ ਮਰਨ ਲਈ। ਪਰ ਪਰਮੇਸ਼ਵਰ ਮੈਨੂੰ ਕੋ ਹੋਰ ਕੁਝ ਚਾਹੁੰਦਾ ਸੀ। ਅੱਜ ਮੈਂ ਖੜਾ ਹਾਂ ਇੱਥੇ ਤੇ ਪਰਮੇਸ਼ਵਰ ਦੀ ਬਦੌਲਤ ਖੜਾ ਹਾਂ, ਕਿਉਂਕਿ ਪਰਮੇਸ਼ਵਰ ਮੇਰੇ ਤੋਂ ਕੰਮ ਲੈਣਾ ਚਾਹੁੰਦਾ ਸੀ। ਅੱਜ ਹਰ ਇੱਕ ਜੀਵਨ 'ਚ ਪਰਮੇਸ਼ਵਰ ਦੇ ਮਕਸਦ ਆ। ਜੇਕਰ ਅਸੀਂ ਉਹਦੇ ਮਕਸਦ ਨੂੰ ਨਹੀਂ ਪਹਿਚਾਣ ਗਿਆ ਤੇ ਅਸੀਂ ਆਪਣੀ ਰਾਹ ਤੋਂ ਭਟਕ ਜਾਵਾਂਗੇ। ਅੱਜ ਪੁੱਛੀਏ ਪਰਮੇਸ਼ਵਰ ਮੇਰੇ ਲਈ ਜੀਵਨ 'ਚ ਮਕਸਦ ਤੇਰਾ ਕੀ ਆ? ਅੱਜ ਅਸੀਂ ਮਕਸਦ ਨਹੀਂ ਤੋੜਦੇ, ਅਸੀਂ ਆਪਣੀ ਦੌੜ ਨਾਲ ਦੌੜਦੇ ਹਾਂ। ਮੈਂ ਵੀ ਦੌੜਦਾ ਹੁੰਦਾ ਸੀ, ਖੂਬ ਨੱਚਣਾ, ਦਾਰੂ ਪੀਣ, ਡਰਿੰਕ ਕਰਨੀ ਖੂਬ। ਮੈਨੂੰ ਜਿੰਨਾ ਚੱਕਰ 2-2 3-3 ਆਦਮੀ ਨਹੀਂ ਦੇਖਦੇ ਹੁੰਦੇ ਸੀ, ਉਹਨਾਂ ਚੱਕਰ ਮੈਂ ਪੀਣੋਂ ਛੱਡਦਾ ਨਹੀਂ ਹੁੰਦਾ ਸੀ। ਔਰ ਜਿੱਦਾਂ ਹੀ ਸ਼ਾਮ ਪੈਂਦੀ ਸੀ, ਕਿਉਂਕਿ ਮੈਂ ਇੱਕ ਰਾਜ ਮਿਸਤਰੀ ਰਿਹਾ ਵਾਂ, ਰਾਜ ਮਿਸਤਰੀ ਤੁਹਾਨੂੰ ਤਕਰੀਬਨ ਕੋਈ ਜਾਣਦੇ ਕਿ ਦਾਰੂ ਦੇ ਫਰੀਕ ਬਹੁਤ ਸ਼ੌਕੀਨ ਹੁੰਦੇ ਆ। ਔਰ ਮੈਂ ਇੰਨੀ ਕੁ ਉਹਨੂੰ ਪੀਣਾ ਹੁੰਦਾ ਸੀ, ਟੈਲੀਫੋਨ ਆਉਣਾ 5 ਵਜੇ, ਨਾਲ ਹੀ ਦਾਰੂ ਸਟਾਰਟ ਹੋ ਜਾਣੀ। ਜਿੰਨਾ ਚੱਕਰ ਮੈਂ ਡਿੱਗਦਾ ਨਹੀਂ ਉਹਨਾਂ ਨੂੰ ਚੱਕਰ ਮੈਂ ਘਰ ਵਿੱਚ ਨਹੀਂ ਆਉਣਾ ਹੁੰਦਾ ਸੀ। ਲੋਕ ਮੈਨੂੰ ਕਹਿੰਦੇ ਸੀ, ਕਹਿੰਦੇ ਕੁਆਰਾ ਇਹਦੀ ਮੈਰਿਜ ਤੱਕ ਨਹੀਂ ਹੋਣੀ ਜਿੰਨਾ ਇਹ ਸ਼ਰਾਬੀ ਹੈ। ਪਰ ਖੁਦਾ ਦਾ ਧੰਨਵਾਦ ਹੈ ਕਿ ਪਰਮੇਸ਼ਵਰ ਨੇ ਮੈਨੂੰ ਇੱਕ ਅੱਛਾ ਜੀਵਨ ਸਾਥੀ ਦਿੱਤਾ ਪਿਆ। ਮੈਂ ਦਾਰੂ ਜ਼ਰੂਰ ਪੀਂਦਾ ਸੀ, ਪਰ ਪਰਮੇਸ਼ਵਰ ਦਾ ਕਦੇ ਨਾ ਕਦੇ ਮੇਰੇ ਜੀਵਨ 'ਚ ਡਰ ਸੀ, ਪ੍ਰਭੂ ਇਹ ਜੀਵਨ ਸਾਥੀ ਸਿਰਫ ਤੇਰੇ ਵੱਲੋਂ ਹੋਵੇ। ਮੇਰੀ ਮਿਸਜ ਨੇ ਮੈਨੂੰ ਕਦੀ ਨਹੀਂ ਕਿਹਾ ਸੀ ਪ੍ਰੇਮ ਤੋਂ, ਬਸ ਉਹਨੇ ਦੁਆ ਕੀਤੀ, ਮੇਰੀ ਫੈਮਿਲੀ ਨੇ ਦੁਆ ਕੀਤੀ, ਮੇਰੀ ਮੰਮੀ ਨੇ ਪ੍ਰਾਰਥਨਾ ਕੀਤੀ। ਅੱਜ ਉਹਨਾਂ ਦੀ ਬਦੌਲਤ ਮੈਂ ਪਰਮੇਸ਼ਵਰ ਦੇ ਵਿੱਚ ਹਾਂ। ਆਮੀਨ, ਹਾਲੇਲੂਇਆ, ਹਾਲੇਲੂਇਆ। ਆਪਣੇ ਮਾਂ-ਬਾਪ ਨੂੰ ਕਦੀ ਵੀ ਤੁੱਛ ਨਾ ਜਾਣੋ, ਆਪਣੀ ਵਾਈਫ ਨੂੰ ਜਿਹੜੀ ਸ਼ਾਦੀशुदा ਉਹਨੂੰ ਕਦੀ ਵੀ ਤੁੱਛ ਨਾ ਜਾਣੋ, ਕਿਉਂਕਿ ਜਿਹੜਾ ਜੀਵਨ ਸਾਥੀ ਹੈ ਪਰਮੇਸ਼ਵਰ ਨੇ ਸਾਨੂੰ ਸਹਾਇਕ ਦਿੱਤਾ ਵਾ, ਮਦਦ ਲਈ ਦਿੱਤਾ ਵਾ। ਹਾਲੇਲੂਇਆ, ਹਾਲੇਲੂਇਆ। ਮੇਰੇ ਪ੍ਰਿਯੋ, ਅੱਜ ਸਾਡਾ ਜੀਵਨ ਕਿਸ ਦਿਲ ਤੇ ਖੜਾ ਵਾ ਕਿ ਅੱਜ ਅਸੀਂ ਉਹੀ ਪਾਪ ਦੇ ਵਿੱਚ ਆ ਕਿ ਹਾਲੇ ਤੱਕ ਅਸੀਂ ਰਾਹ ਨੂੰ ਜਾਣ ਕੇ ਫਿਰ ਵੀ ਭਟਕੇ ਹੋਏ ਆ, ਸੱਚ ਨੂੰ ਜਾਣ ਕੇ ਅੱਜ ਫਿਰ ਵੀ ਸਾਡੇ ਅੰਦਰ ਝੂਠ ਆ, ਜੀਵਨ ਪਾ ਕੇ ਫਿਰ ਵੀ ਅਸੀਂ ਮੌਤ ਦੇ ਵਿੱਚ ਆ। ਜੇ ਅੱਜ ਇਦਾਂ ਚੱਲ ਰਿਹਾ ਤਾਂ ਅੱਜ ਤੁਹਾਡੇ ਕੋਲ ਮੌਕਾ ਵਾ, ਕਿਉਂਕਿ ਜ਼ਿੰਦਗੀ ਇਹ ਬਾਰ-ਬਾਰ ਮਿਲਣ ਵਾਲੀ ਨਹੀਂ ਆ। ਧਰਤੀ ਨੂੰ ਛੱਡਣਾ ਵਾ, ਨਿਆਂ ਦੇ ਸਿੰਘਾਸਨ ਅੱਗੇ ਖੜੇ ਹੋ ਜਾਣਾ ਵਾ। ਅੱਜ ਬੜਾ ਸਵਾਲ ਆਉਂਦਾ, ਰੱਖੜੀਆਂ ਦੇ ਮੂੰਹ ਤੋਂ ਸੁਣਿਆ ਕਿ ਅੱਗੇ ਕਿਹਨੇ ਵੇਖਿਆ ਵਾ? ਅੱਗੇ ਸ਼ਾਇਦ ਅੱਜ ਇੱਥੇ ਵੀ ਬੈਠੇ ਹੋਣਗੇ ਕਈ ਭਾਈ, ਉਹਨਾਂ ਦਾ ਵੀ ਸਵਾਲ ਆਊਗਾ ਕਿ ਅੱਗੇ ਕਿਹਨੇ ਵੇਖਿਆ। ਚੱਲੀ ਜਾਣ ਦੋ, ਜਿੱਦਾਂ ਲੋਕੀ ਕਰਦੇ ਆ ਉਦਾਂ ਅਸੀਂ ਵੀ ਕਰੀ ਜਾਂਦੇ ਆ। ਪਰ ਮੇਰੇ ਪ੍ਰਿਯੋ, ਪਰਮੇਸ਼ਵਰ ਨੇ ਤੁਹਾਨੂੰ ਚੁਣਿਆ ਵਾ, ਪਰਮੇਸ਼ਵਰ ਨੇ ਤੁਹਾਨੂੰ ਪਿਆਰ ਕੀਤਾ ਵਾ, ਪਰਮੇਸ਼ਵਰ ਨੇ ਤੁਹਾਨੂੰ ਗੰਦਗੀ ਚੋਂ ਕੱਢ ਕੇ ਲੈ ਕੇ ਆਂਦਾ ਵਾ ਤਾਂ ਕਿ ਤੁਸੀਂ ਇਸ ਦੇਸ਼ ਵਿੱਚ ਆਣ ਕੇ ਪਰਮੇਸ਼ਵਰ ਦੇ ਨਾਮ ਨੂੰ ਉੱਚਾ ਕਰ ਸਕੀਏ। ਅਜੇ ਸਾਡੇ ਹੱਥ ਪੈਰ ਸਲਾਮਤ ਹੈ, ਕਿਹਦੀ ਬਦੌਲਤ ਹੈ? परमेश्वर की ਅਜੇ ਅਸੀਂ ਪੈਸੇ ਕਮਾ ਰਹੇ ਆਪਣੀ ਫੈਮਿਲੀ ਦੀ, ਕਿਹਦੀ ਬਦੌਲਤ ਹੈ? परमेश्वर की ਫਿਰ ਸਾਡੇ ਜੀਵਨ 'ਚ ਪਰਮੇਸ਼ਵਰ ਦੀ ਪਹਿਲ ਕਿਉਂ ਨਹੀਂ? ਕਿਉਂ ਅਸੀਂ ਪਰਮੇਸ਼ਵਰ ਨੂੰ ਪਿੱਛੇ ਰੱਖਦੇ ਹਾਂ? ਉਦਾਹਰਨ ਚੇਤੇ ਆ ਗਈ ਇੱਕ, ਆ ਪਿੰਨ ਵੇਖ ਰਹੇ ਹਾਂ, ਜਿਹੜਾ ਥੱਲੜਾ ਹਿੱਸਾ ਵਾ ਉਹ ਕੌਣ ਆ? ਯਿਸੂ ਮਸੀਹ। ਔਰ ਖੋਖਾ ਜਿਹੜਾ ਕਬਰ ਇਹਦਾ ਉਹ ਮੈਂ ਸਭ ਕੁਝ ਮੈਨੂੰ ਦਿਖਣਾ ਚਾਹੀਦਾ ਵਾ। ਤੇ ਯਿਸੂ ਮਸੀਹ ਨੂੰ ਅਸੀਂ ਕਿੱਥੇ ਰੱਖਿਆ ਵਾ? ਪੌਕਟ ਦੇ ਵਿੱਚ ਉਹਲੇ। ਮੈਂ ਸਾਰਾ ਕੁਝ ਕਰਦਾ, ਮੈਂ ਆਪਣੀ ਜਵਾਨੀ ਨਾਲ ਸਾਰਾ ਕੁਝ ਕਰ ਰਿਹਾ, ਮੈਂ ਅੱਜ ਪੈਸੇ ਕਮਾ ਰਿਹਾ ਵਾਂ ਤੇ ਮੈਂ ਸਭ ਕੁਝ ਆਪਣੀ ਤਾਕਤ ਨਾਲ ਕਮਾ ਰਿਹਾ ਵਾਂ। ਪਰ ਸਾਨੂੰ ਸਭ ਤੋਂ ਪਹਿਲਾਂ ਯਿਸੂ ਮਸੀਹ ਨੂੰ ਅੱਗੇ ਰੱਖਣਾ ਵਾ। ਆਮੀਨ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅਸੀਂ ਪੜਾਂਗੇ ਕਿਉਂਕਿ ਸਮਾਂ ਬਹੁਤ ਘੱਟ ਹੈ, ਅਸੀਂ ਜਲਦੀ ਜਾਵਾਂਗੇ। ਉਤਪਤੀ ਉਹਦਾ 39 ਉਹਦਾ 12 ਪੜਾਂਗੇ ਅਸੀਂ ਕਿੱਦਾਂ ਅਸੀਂ ਪਰਮੇਸ਼ਵਰ ਦੇ ਵਿੱਚ ਖੜੇ ਰਹਿ ਸਕਦੇ ਹਾਂ। ਹਾਲੇਲੂਇਆ। ਤਾਂ ਉਸਨੇ ਉਸ ਦਾ ਕੱਪੜਾ ਫੜ ਕੇ ਆਖਿਆ, ਮੇਰੇ ਨਾਲ ਲੇਟ। ਤਾਂ ਉਹ ਆਪਣਾ ਕੱਪੜਾ ਉਹਦੇ ਹੱਥ ਵਿੱਚ ਛੱਡ ਕੇ ਨੱਠਾ ਔਰ ਬਾਹਰ ਨਿਕਲਿਆ। ਫਿਰ ਇਉਂ ਹੋਇਆ
ਕਿ ਜਾਂ ਉਸਨੇ ਵੇਖਿਆ ਕਿ ਉਹ ਆਪਣਾ ਕੱਪੜਾ ਮੇਰੇ ਹੱਥ ਵਿੱਚ ਛੱਡ ਕੇ ਬਾਹਰ ਨੂੰ ਨੱਠ ਗਿਆ। ਬਸ ਜੀ, ਹਾਲੇਲੂਇਆ। ਇੱਥੇ ਕਿਹੜੇ ਕਰੈਕਟਰ ਦੀ ਗੱਲ ਹੋ ਰਹੀ ਆ? ਹਾਂਜੀ, ਕਿਹੜੀ? ਯੂਸਫ ਦੀ। ਹਾਲੇਲੂਇਆ। ਔਰ ਯੂਸਫ ਯਿਸੂ ਮਸੀਹ ਦਾ ਪ੍ਰਤੀਕ ਦੱਸਿਆ ਜਾਂਦਾ ਵਾ। ਹਾਲੇਲੂਇਆ। ਲਿਖਿਆ ਵਾ ਕਿ ਇਹ ਪੋਟੀਫਾਰ ਦੀ ਤੀਵੀ ਜਿਹੜੀ ਉਹ ਯੂਸਫ ਨਾਲ ਦਿਲ ਲਾਲ ਬੈਠੀ, ਆਪਣਾ ਉਹਨੂੰ ਦੇਖ ਕੇ ਕਿ ਬਹੁਤ ਸੋਹਣਾ ਵਾ, ਬਹੁਤ ਹੀ ਸੁੰਦਰ ਉਹਦਾ ਰੂਪ ਆ, ਉਹ ਆਪਣੇ ਪਤੀ ਨੂੰ ਛੱਡ ਕੇ ਕਿਹਦੇ ਵੱਲ ਹੋ ਗਈ? ਯੂਸਫ ਦੇ ਵੱਲ। ਹਾਲੇਲੂਇਆ। ਪਰ ਯੂਸਫ ਜਿਹੜਾ ਸੀ ਉਹ ਕਿਹਤੋਂ ਡਰਨ ਵਾਲਾ ਸੀ? ਉਹਦਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਸੀ। ਉਹ ਪਰਮੇਸ਼ਵਰ ਨੂੰ ਜਾਣਦਾ ਕਿ ਸੱਚਾ ਵਾਹਿਦ ਪਰਮੇਸ਼ਵਰ ਸਿਰਫ ਇੱਕੋ ਹੀ ਆ, ਉਹੀ ਸੱਚ ਆ, ਉਹੀ ਜੀਵਨ ਆ। ਦੁਨੀਆ ਦੀ ਗੱਲ ਕੋਈ ਵੀ ਕੁਝ ਵੀ ਸਾਨੂੰ ਦੇ ਨਹੀਂ ਸਕਦੀ। ਇਹ ਭੋਗ ਵਿਲਾਸ ਮੈਨੂੰ ਕੁਝ ਵੀ ਦੇ ਨਹੀਂ ਸਕਦਾ। ਇਹ ਮੈਨੂੰ ਅਪਵਿੱਤਰ ਕਰ ਸਕਦੀ ਆ, ਪਰ ਇਹ ਪਰਮੇਸ਼ਵਰ ਤੋਂ ਮੈਨੂੰ ਦੂਰ ਕਰ ਸਕਦੀ ਆ। ਪਰ ਪਰਮੇਸ਼ਵਰ ਦੇ ਨਜ਼ਦੀਕ ਮੈਨੂੰ ਇਹ ਸਰੀਰ ਦੀ ਅਭਿਲਾਸ਼ਾ ਲੈ ਕੇ ਨਹੀਂ ਜਾ ਸਕਦੀ। ਹਾਲੇਲੂਇਆ। ਯੂਸਫ ਤੁਸੀਂ ਜਾਣਦੇ ਆ ਕਿ 12 ਉਹਨਾਂ ਦੇ ਵਿੱਚੋਂ ਇੱਕ ਸੀ। ਹਾਲੇਲੂਇਆ। ਔਰ ਯਾਕੂਬ ਦੇ ਕਿੰਨੇ ਬੇਟੇ ਸੀ? 12। ਇਹ ਸਭ ਤੋਂ ਛੋਟਾ ਸੀ। ਯਾਕੂਬ ਉਹਨੂੰ ਬਹੁਤ ਪ੍ਰੇਮ ਕਰਦਾ ਸੀ, ਪਰ ਦੂਜੇ ਭਰਾ ਉਹ ਤੋਂ ਕੀ ਕਰਦੇ ਸੀ? ਨਫ਼ਰਤ ਕਰਦੇ ਸੀ। ਅੱਜ ਸ਼ਾਇਦ ਤੁਹਾਡਾ ਵੀ ਕੋਈ ਨਫ਼ਰਤ ਕਰਦਾ ਹੋਊਗਾ। ਅੱਜ ਤੁਹਾਡਾ ਸ਼ਾਇਦ ਕੋਈ ਫਰੈਂਡ ਤੁਹਾਨੂੰ ਨਫ਼ਰਤ ਕਰਦਾ ਹੋਊਗਾ, ਤੁਹਾਡਾ ਆਸ ਪੜੋਸ ਤੁਹਾਨੂੰ ਨਫ਼ਰਤ ਕਰਦਾ ਹੋਊਗਾ। ਪਰ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਵਾਂ, ਅਗਰ ਤੁਹਾਡੇ ਰਿਸ਼ਤਾ ਪਰਮੇਸ਼ਵਰ ਦੇ ਨਾਲ ਆ, ਦੁਨੀਆ ਦੀ ਕੋਈ ਵੀ ਤਾਕਤ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਦੀ। ਆਮੀਨ। ਹਾਲੇਲੂਇਆ। ਤੁਸੀਂ ਜਿੱਥੇ ਜਾਓਗੇ ਪਰਮੇਸ਼ਵਰ ਤੁਹਾਨੂੰ ਜਿੱਤ ਦੇਊਗਾ। ਜਿਸ ਧਰਤੀ ਤੇ ਤੁਸੀਂ ਪੈਰ ਰੱਖ ਦੋਗੇ ਪਰਮੇਸ਼ਵਰ ਉਹ ਤੁਹਾਨੂੰ ਦੇ ਦੇਊਗਾ। ਪਰ ਸਾਨੂੰ ਯੂਸਫ ਦੀ ਤਰ੍ਹਾਂ ਪਹਿਲੋਂ ਬਣਨਾ ਪੈਣਾ ਵਾ। ਆਮੀਨ। ਹਾਲੇਲੂਇਆ। ਸਾਨੂੰ ਯੂਸਫ ਦੀ ਤਰ੍ਹਾਂ ਬਣਨਾ ਪੈਣਾ ਵਾ। ਹਾਲੇਲੂਇਆ। ਵਚਨ ਦੇ ਵਿੱਚ ਲਿਖਿਆ ਕਿ ਬਹੁਤ ਹੀ ਉਹ ਨੇਕ ਸੀ, ਬਹੁਤ ਹੰਬਲ पर्सन सी, बहुत ही आज्ञाकारी जीवन सी यूसुफ दा, और वो परमेश्वर दा डर ਉਹਦੇ ਜੀਵਨ ਦੇ ਵਿੱਚ ਸੀ। ਕੀ ਸੀ? ਡਰ। ਪਰਮੇਸ਼ਵਰ ਦਾ ਡਰ ਸੀ। ਉਹਨੂੰ ਵੇਚਿਆ ਗਿਆ, ਉਹਨੂੰ ਕਈ ਕੁਛ ਉਹਨਾਂ ਕੀਤਾ ਗਿਆ, ਪਰ ਉਹਨੇ ਪਰਮੇਸ਼ਵਰ ਦਾ ਪੱਲਾ ਨਹੀਂ ਛੱਡਿਆ। ਉਹ ਯਿਸੂ ਪਰਮੇਸ਼ਵਰ ਦੇ ਲਈ ਖੜਾ ਰਿਹਾ। ਉਹ ਸਟੈਂਡ ਲਿਆ, ਬਿਨਾਂ ਕੁਛ ਵੀ ਹੁੰਦਾ ਰਵੇ, ਪਰ ਮੈਂ ਪਰਮੇਸ਼ਵਰ ਦੇ ਲਈ ਖੜਾ ਹਾਂ। ਉਹਦੇ ਅੱਗੇ ਇੱਕ ਜਮੈਸ਼ ਆ ਗਈ। ਕਿਹੜੀ? ਪੋਟੀਫਾਰ ਦੀ ਵਾਈਫ। ਹਾਲੇਲੂਇਆ। ਅੱਜ ਸਾਡੇ ਅੱਗੇ ਵੀ ਕੁਝ ਦੁਨੀਆ ਦੀਆਂ ਅਭਿਲਾਸ਼ਾਂ ਹੁੰਦੀਆਂ ਵਾ, ਕਈ ਕੁਝ ਹੁੰਦਾ ਸਾਡੇ ਅੱਗੇ, ਹੈਨਾ। ਸਾਡਾ ਦੋਸਤ, ਅਸੀਂ ਦੁਆ ਕਰਨਾ ਚਾਹੁੰਦੇ, ਸਾਡਾ ਕੋਈ ਫਰੈਂਡ ਕਹਿੰਦਾ ਉਹ ਚੱਲੀਏ ਘੁੰਮਣ ਨੂੰ, ਕਈ ਤਰ੍ਹਾਂ ਦੀਆਂ ਜਮੈਸ਼ਾਂ ਹੁੰਦੀਆਂ ਵਾ। ਪਰ ਕੀ ਅਸੀਂ ਪਰਮੇਸ਼ਵਰ ਦੇ ਲਈ ਉੱਥੇ ਸਟੈਂਡ ਲੈਂਦੇ ਹਾਂ? ਯੂਸਫ महल विच कल्ला वा, तीवी कल्ली आ। अगर यूसुफ चाहता तो कुछ भी कर सकता सी। देखण वाला कोई नहीं आ, पर उन्होंने डर केदा सी? परमेश्वर दा। की अज साडे जीवन दे विच डर आ कि अज जदों असीं पाप कोई करदे आ, साडे अंदर परमेश्वर दा डर सानूं आवाज दे रहा वा कि अज किसी नाल असीं बुरा करदे आ जां इस अख नाल बुरा देखदे आ, परमेश्वर साडे नाल गल करदा वा कि असीं ओहदी आवाज नूं सुणदे आ। यूसुफ बहुत सोहना सी, कल्ला सी, कोई नौकर चाकर महल दे विच नहीं है। तीवी और यूसुफ आ। तीवी ने की आख्या? हाँ जी, मेरे नाल लेट। पर वो उस जगह तो की होया? भज्या। हालेलुया। अज पाप दी दुआ ना करो कि प्रभु मेरे जीवन दे विच पाप नूं कढ दे। वो परमेश्वर कदी भी सुनने वाला नहीं है। हालेलुया। सानू उस पाप दे विचों की करना पऊगा? भजना पऊगा। बाइबल दुआ ते कदे नहीं कहती। बाइबल सारी मैं पढ़ लिया, उन्हें कदे नहीं कहा कि पाप दी दुआ करो। उन्हें कहा पाप दे विचों नहीं भजो। अगर पाप तुसी देखदे आ उथों भज जाओ। अगर तुसी अभिलाषा नूं देखदे आ उथों
ਭੱਜ ਜੋ। ਇਸ ਕਰਕੇ ਯੂਸਫ ਕਾਮਯਾਬ ਹੋਇਆ ਕਿਉਂਕਿ ਉਹ ਉਥੋਂ ਨੱਠਿਆ। ਉਹਨੂੰ ਪਤਾ ਸੀ ਕਿ ਇਹ ਪਾਪ ਆ, ਅਗਰ ਮੈਂ ਇਹ ਪਰਮੇਸ਼ਵਰ ਦੇ ਅੱਗੇ ਗਿਲਾ ਇਹ ਕੰਮ ਕਰਦਾ ਵਾਂ ਤੇ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਇਹ ਕੀ ਆ? ਪਾਪ ਆ। ਮੈਂ ਇਸ ਪਾਪ ਤੋਂ ਕੀ ਕਰੂੰਗਾ? ਨੱਠੂਗਾ। ਅੱਜ ਪਹਿਲਾ ਪੁਆਇੰਟ ਆ ਕਿ ਅਗਰ ਅਸੀਂ ਪਰਮੇਸ਼ਵਰ ਦੇ ਵਿੱਚ ਖੜੇ ਰਹਿਣਾ ਵਾ ਤੇ ਸਾਨੂੰ ਪਾਪ ਤੋਂ ਕੀ ਕਰਨਾ ਪਊਗਾ? ਭੱਜਣਾ ਪੈਣਾ ਵਾ। ਹਾਲੇਲੂਇਆ, ਹਾਲੇਲੂਇਆ। ਸਮਝ ਆ ਰਹੀ ਨਾ ਸਭ ਨੂੰ? ਪਾਪ ਤੋਂ ਕੀ ਬਣੂਗਾ? ਭੱਜਣਾ ਪੈਣਾ ਵਾ। ਤੇ ਜੇ ਅਸੀਂ ਕਹੀਏ ਪਾਪ ਵੀ ਕਰੀ ਜਾਈਏ ਤੇ ਰੱਬ ਅੱਗੇ ਤਾਰੀਫ ਵੀ ਕਰੀ ਜਾਈਏ ਤੇ ਸਾਡਾ ਵੀ ਰਿਸ਼ਤਾ ਪਰਮੇਸ਼ਵਰ ਦੇ ਨਾਲ ਨਹੀਂ ਆ। ਇੱਕ ਨੂੰ ਸਾਨੂੰ ਛੱਡਣਾ ਪੈਣਾ। ਕਹਾਵਤ ਹੈ ਨਾ ਕਿ ਦੋ ਪੇੜੀਆਂ ਦੇ ਵਿੱਚ ਪੈਰ ਰੱਖ ਕੇ ਕਦੇ ਵੀ ਬੰਦਾ ਕਾਮਯਾਬ ਨਹੀਂ ਹੁੰਦਾ, ਨਾ ਤਰਦਾ ਵਾ ਤੇ ਨਾ ਉਹ ਡੁੱਬੂਗਾ ਹੀ। ਇਸ ਕਰਕੇ ਅਗਰ ਅਸੀਂ ਉਸ ਪਰਮੇਸ਼ਵਰ ਦੇ ਕੋਲ ਜਾਣਾ ਵਾ ਤੇ ਸਾਨੂੰ ਯਿਸੂ ਮਸੀਹ ਦੀ ਕਿਸ਼ਤੀ ਤੇ ਉੱਤੇ ਚੜਨਾ ਪਊਗਾ। ਹਾਲੇਲੂਇਆ। ਤੇ ਪਾਪ ਦੀ ਕਿਸ਼ਤੀ ਨੂੰ ਛੱਡਣਾ ਪਊਗਾ। ਹਾਲੇਲੂਇਆ। ਯੂਸਫ ਨੇ ਇਸ ਤਰ੍ਹਾਂ ਕੀਤਾ। ਉਹਨੇ ਪਾਪ ਤੋਂ ਕੀ ਹੋਇਆ? ਭੱਜਿਆ। ਅਗਰ ਤੁਸੀਂ ਅੱਜ ਆਪਣੇ ਜੀਵਨ 'ਚ ਆਸ਼ੀਸ਼ ਨੂੰ ਚਾਹੁੰਦੇ ਆ, ਬਰਕਤ ਨੂੰ ਚਾਹੁੰਦੇ ਆ, ਆਪਣੇ ਅੰਦਰ ਪਾਪਾਂ ਦੀ ਮਾਫੀ ਚਾਹੁੰਦੇ ਆ ਤੇ ਪਾਪ ਤੋਂ ਭੱਜਣਾ ਸ਼ੁਰੂ ਕਰ ਦਿਓ। ਅਗਰ ਤੁਹਾਨੂੰ ਕੋਈ ਵੀ ਪਾਪ ਦਿਖਦਾ ਵਾ, ਅਗਰ ਤੁਹਾਨੂੰ ਕੋਈ ਵੀ ਚੀਜ਼ ਅਭਿਲਾਸ਼ਾ ਦਿਖਦੀ ਆ, ਆਦਮੀ ਪਵਿੱਤਰ ਆਤਮਾ ਪਰਮੇਸ਼ਵਰ ਦੇ ਬੱਚਿਆਂ ਨਾਲ ਗੱਲ ਕਰਦਾ ਵਾ, ਉੱਥੋਂ ਨੱਠੋ। ਕੀ ਕਰੋ? ਦੌੜੋ। ਦੌੜਾਂਗੇ ਤੇ ਸਾਡੀ ਕਾਮਯਾਬੀ ਆ। ਅਗਰ ਨਹੀਂ ਦੌੜਾਂਗੇ ਤੇ ਅਸੀਂ ਅਭਿਲਾਸ਼ਾ ਦੇ ਵਿੱਚ ਸਾਨੂੰ ਫਸਾ ਲੂਗੀ। ਤਦੇ ਵਚਨ ਦੇ ਵਿੱਚ ਲਿਖਿਆ ਕਿ ਸ਼ੈਤਾਨ ਸ਼ੇਰ ਦੇ ਭੁੱਖ ਵਾਂਗੂ ਖੜਾ ਵਾ ਕਿ ਕਿਹਨੂੰ ਫਾੜ ਖਾਵੇ। ਉਹਨੂੰ ਦੂਸਰੇ ਲੋਕਾਂ ਨਾਲ ਕੋਈ ਨਹੀਂਗਾ। ਉਹਨੂੰ ਇਸ ਕਰਕੇ ਘਿਣ ਆਉਂਦੀ ਆ ਕਿ ਉਹ ਮਸੀਹ ਲੋਕਾਂ ਨੂੰ ਫੜਦਾ ਵਾ, ਜਿਹੜੇ ਪਰਮੇਸ਼ਰ ਨੂੰ ਮੰਨਣ ਵਾਲੇ ਆ। ਅਗਰ ਅਸੀਂ ਪਰਮੇਸ਼ਰ ਦੇ ਨਾਲ ਰਿਸ਼ਤਾ ਵਾ, ਅਗਰ ਪਰਮੇਸ਼ਰ ਨੂੰ ਅਸੀਂ ਜਾਣਦੇ ਆ, ਉਹ ਤੁਹਾਡੇ ਮਗਰ ਲੱਗਾ ਪਿਆ ਵਾ। ਇਹ ਨਾ ਕਹੋ ਕਿ ਮੈਂ ਦੁਆ ਕਰਦਾ ਵਾਂ ਸ਼ੈਤਾਨ ਮੈਨੂੰ ਕੁਝ ਨਹੀਂ ਕਹਿ ਸਕਦਾ। ਇਹ ਪਰਮੇਸ਼ਵਰ ਦਾ ਵਾਰ, ਪਰ ਉਹ ਫੜਦਾ ਕਿ ਕਿਹੜੀ ਨਿੱਕੀ ਜਿਹੀ ਗਲਤੀ ਦੀ ਮੈਂ ਫੜਾ। ਆਦਮ ਦੀ ਉਹਨੇ ਹਵਾ ਦੀ ਗਲਤੀ ਫੜੀ ਸੀ ਨਾ, ਉੱਥੋਂ ਹੀ ਉਹਨੇ ਫਸਾ ਲਿਆ। ਅੱਜ ਸ਼ੈਤਾਨ ਤੁਹਾਡੇ ਜੀਵਨ 'ਚ ਵੀ ਇਦਾਂ ਹੀ ਚਾਹੁੰਦਾ ਵਾ। ਇੱਕ ਮਾੜਾ ਜਿਹਾ ਉਹ ਪੈਰ ਰੱਖਣ ਦੀ ਜਗ੍ਹਾ ਲੱਭਦਾ ਤੇ ਉਹ ਸਾਰਾ ਘਰ ਉਹ ਬਣਾ ਲੈਂਦਾ ਫਿਰ ਆਪਣੇ ਆਪ। ਇਸ ਕਰਕੇ ਮੇਰੇ ਪ੍ਰਿਓ ਅੱਜ ਸਾਨੂੰ ਭੱਜਣਾ ਪੈਣਾ ਵਾ। ਪਹਿਲਾ ਪੁਆਇੰਟ ਅੱਜ ਕੀ ਦੱਸਿਆ ਆਪਾਂ? ਸਾਨੂੰ ਪਾਪ ਤੋਂ ਕੀ ਆ? ਭੱਜਣਾ ਪੈਣਾ ਜੇ ਅਸੀਂ ਪਰਮੇਸ਼ਵਰ ਦੇ ਵਿੱਚ ਖੜੇ ਰਹਿਣਾ ਵਾ। ਤੇ ਜੇ ਅਸੀਂ ਖੜੇ ਨਹੀਂ ਰਵਾਂਗੇ, ਪਿਛਲੇ ਫਰੈਂਡ ਦੱਸਿਆ ਕਿ ਉਹ ਆਵੇਗਾ ਤੇ ਉਹ ਦੀਵੇ ਨੂੰ ਉਸ ਸਥਾਨ ਤੋਂ ਕੀ ਕਰ ਦੂਗਾ? ਸ਼ਮਾਦਾਨ ਨੂੰ ਹਟਾ ਦੇਵੇਗਾ। ਇਹ ਨਾ ਹੋਵੇ ਕਿ ਪਰਮੇਸ਼ਵਰ ਦਾ ਕ੍ਰੋਧ ਸਾਡੇ ਜੀਵਨ 'ਚ ਆ ਜਾਵੇ, ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਨਿਆਂ ਆ ਜਾਵੇ। ਅੱਜ ਸਾਡੇ ਕੋਲ ਸਮੇਂ ਆ ਮੇਰੇ ਪ੍ਰਿਓ, ਅੱਜ ਸਾਡੇ ਕੋਲ ਮੌਕਾ ਵਾ ਕਿ ਅਸੀਂ ਯਿਸੂ ਮਸੀਹ ਲਈ ਖੜੇ ਹੋ ਜਾਈਏ, ਸਟੈਂਡ ਹੋ ਜਾਈਏ। ਉਹਨੇ ਵਾਅਦਾ ਕੀਤਾ ਕਿ ਡਰੋ ਨਾ, ਪਰ ਮੇਰੇ ਲਈ ਖੜੇ ਹੋ ਜਾਏ। ਅੱਜ ਅਸੀਂ ਨਿਰਣੇ ਲੈਣਾ ਵਾ ਕਿ ਅਸੀਂ ਪਰਮੇਸ਼ਵਰ ਦੇ ਲਈ ਖੜੇ ਹੋਣਾ ਕਿ ਨਹੀਂ ਹੋਣਾ। ਉਹਦੇ ਲਈ ਸਾਨੂੰ ਪਹਿਲਾ ਪੁਆਇੰਟ ਆ ਕਿ ਸ਼ੈਤਾਨ ਤੋਂ ਸਾਨੂੰ ਭੱਜਣਾ ਪੈਣਾ, ਪਾਪ ਤੋਂ ਭੱਜਣਾ ਪੈਣਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਦੂਸਰੀ ਗੱਲ, ਹਾਲੇਲੂਇਆ, ਇੱਕ ਕਰੈਕਟਰ ਬਾਰੇ ਅਸੀਂ ਹੋਰ ਸਿੱਖਾਂਗੇ। ਹਾਲੇਲੂਇਆ। ਉਤਪਤੀ ਉਹਦਾ 12 ਅਧਿਆਇ ਦੀ ਇੱਕ ਆਇਤ ਪੜਾਂਗੇ। ਹਾਲੇਲੂਇਆ। ਜਲਦੀ ਪੜ੍ਹਦੇ ਕਿਉਂਕਿ ਆਪਣੇ ਕੋਲ ਸਮਾਂ। ਤਦ ਯਹੋਵਾ ਨੇ ਅਬਰਾਹਮ ਨੂੰ ਆਖਿਆ, ਤੂੰ ਆਪਣੇ ਦੇਸ਼ ਤੋਂ ਔਰ ਆਪਣੇ ਸਾਕਾਂ ਤੋਂ ਔਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ਼ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿਕਲ ਤੁਰ। ਬਸ। ਹਾਲੇਲੂਇਆ, ਹਾਲੇਲੂਇਆ। ਅਬਰਾਹਮ ਨੂੰ ਪਰਮੇਸ਼ਰ ਨੇ ਕੀ ਕਿਹਾ? ਪਹਿਲੀ ਗੱਲ, ਆਪਣੇ ਦੇਸ਼ ਨੂੰ, ਦੂਸਰਾ ਆਪਣੇ ਸਾਕਾਂ ਨੂੰ ਔਰ ਆਪਣੇ ਪਿਤਾ ਦੇ ਘਰ ਨੂੰ, ਤੇ ਉਸ ਦੇਸ਼ ਜੋ ਮੈਂ ਤੈਨੂੰ ਵਿਖਾਵਾਂਗਾ ਨਿਕਲ ਤੁਰ। ਤਿੰਨ ਗੱਲਾਂ ਪਰਮੇਸ਼ਵਰ ਨੇ ਉਹਨੂੰ ਛੱਡਣ ਲਈ ਕਹੀਆਂ। ਹਾਲੇਲੂਇਆ। ਕਿੰਨੀਆਂ ਗੱਲਾਂ? ਤਿੰਨ। ਪਹਿਲੀ ਗੱਲ ਦੇਸ਼, ਦੂਸਰਾ ਆਪਣੇ ਰਿਸ਼ਤੇਦਾਰ, ਆਪਣੇ ਭੈਣ ਭਰਾ ਔਰ ਆਪਣੇ ਪਿਤਾ ਦਾ ਘਰ। ਅੱਜ ਤੁਸੀਂ ਪਰਮੇਸ਼ਵਰ ਦੇ ਲਈ ਕੀ ਛੱਡਦੇ ਹੋ?
परमेश्वर ਤੁਹਾਨੂੰ ਸਵਾਲ ਕਰ ਰਿਹਾ, ਕੀ ਛੱਡ ਰਹੇ ਪਰਮੇਸ਼ਰ ਦੇ ਲਈ? ਅਬਰਾਹਮ ਨੇ ਛੱਡ ਦਿੱਤਾ, ਨਿਕਲਿਆ, ਤੁਸੀਂ ਕੀ ਛੱਡ ਰਹੇ ਹੋ? परमेश्वर के लिए जुम्मा छड़ रहे हैं? हाँ जी, बड़ी अच्छी गल जो छड़ते हैं खुदा के लिए, परमेश्वर इन्हां तो तुहानूं बड़ी आशीष देगा। आमीन, हालेलुया। अब्राहम ने परमेश्वर की आवाज नूं सुनिया ते उन्हें छड़ दिता, उन्हें परमेश्वर ना किंतु परंतु। पर अज साडा जीवन असीं परमेश्वर ना कई सवालों ने खड़े कर दिंदे हां। उन्हें कहा कि अपना देश, अपना साग और अपना पिता का कार्य नूं छड़ दे, जो मैं तेनू देश दवांगा वो उथे निकल तुर। अजे यीशु मसीह तुहानूं आण के कहे कि मैं तेनू अमेरिका लेके जाना, हाँ जी, अमेरिका की तो बड़ी शिकान। जे परमेश्वर कहे कि 4 घंटे दवा कर, हाँ जी, अमेरिका जाने लिए तो बड़े खुश होंगे कि अमेरिका जाना वा, दवा ली, हाँ जी, वजन ली। अब्राहम ने इत्थे की कीती? आज्ञाकारी। दूसरा पॉइंट किया आज्ञाकारी। पहला पॉइंट की सी? पाप तो भजना। दूसरा आज्ञाकारी, उन्हें परमेश्वर ना किंतु परंतु नहीं की। उन्हें क्या? परमेश्वर जिस तरह तू चाहना वा मैं सब कुछ छड्डण लई तैयार हां, तू मैनू कुछ भी ना। उन्हें ये नहीं कहा प्रभु मैं की खाऊंगा, परमेश्वर उत्थे मेरा घर किदां दा होगा, परमेश्वर उत्थे जाके मैं की करूंगा। उन्हें क्या? चल। अज परमेश्वर तुहानूं कह रहा मेरे प्रियो, मेरे मगर चल, ये दुनिया दी सारियां आशीषां तेरे पिछे पै के तेनू मिल लगियां। आमीन, हालेलुया। अज परमेश्वर नूं जमा के तां देखो, वो कहता मैं आसमान दी खिड़कियां नूं खोल दूंगा। कदी परमेश्वर नूं जमाया तुसीं? मैं बहुत बार जमाया परमेश्वर नूं, प्रैक्टिकल, क्योंकि मेरा रिश्ता किदां दा वा? दोस्त की तरह। क्योंकि मैंने सच नूं जानिया, जीवन नूं जानिया वा, राह नूं जान लिया वा। इस करैक्टर ने आज्ञाकारी की, तदे अज कौमां दा की कहलाउंदा वा? पिता कहलाउंदा। अज जे तुसीं मेरे प्रियो उच्चा होना चाहुंदे आ, जे असीं चाहुंदे आ कि मेरी इज्जत होवे, तो सानूं अब्राहम की तरह बनना पैना वा। आज्ञाकारी का जीवन होना चाहिए। अगर परमेश्वर सानू दुआ नहीं कहता, सानू उस टाइम दुगुने टेक लेने चाहिए। अगर परमेश्वर सानू वचन नहीं कहता, सानू वचन पढ़ना चाहिए। अगर परमेश्वर कहता संगत ते जा, सानू संगत दे विच जाना चाहिए। कि अज असीं परमेश्वर की आवाज नूं सुनदे हां? मैं कुछ पिछले फ्राइडे कुछ अनाउंसमेंटां कीतियां सी, सब ने हथ खड़ा किया। उन्होंने विचों काम किहने कीता वो हथ खड़ा करो। हालेलुया, एक हाथ खड़ा होया। मैं कहा सी बुधवार को जाना वा ते कैंप दे विच लोकां लई प्रार्थना करके आउणी आ। जे कोई बीमार है, कोई उन्होंने कहे सी तुहाडे लई प्रार्थना कर सकते हैं। वीरवार को रखिया सी कि एक टाइम असीं बन्नना वा, उहदे विच असीं दुआ करनी आ। जिहदा मतलब असीं इत्थे ही फेल हो गए ते असीं परमेश्वर दे कोल असीं मंगदे तो बड़ी आशा रखते हैं कि परमेश्वर मैनूं कोठी दे दे, मैनूं गड्डी दे दे, मैनूं सारा कुछ दे दे। कभी परमेश्वर को जीवन मंगया कि परमेश्वर मैनूं आत्मिक जीवन दे दे? हुण कौन आत्मिक जीवन मंगदा वा? हालेलुया। मैं बरकतां दे खिलाफ नहीं हाँ, पर सब तो पहले सानू किहड़ा जीवन जिहड़ा ये मंगना कि परमेश्वर मैनू आत्मिक जीवन दे, जिस जीवन नाल मैं स्वर्ग दे विच जा सकां। इस बंदे ने आज्ञाकारी की कि परमेश्वर मैं तैयार है, मैं रेडी हाँ, मैं छड्डण नूं सारा कुछ तैयार हाँ। कि अज तुसीं छड्ड रहे हो? की छड्ड रहे हो? परमेश्वर अज तुहाडे नाल सवाल कर रहा वा।
ਕਿ ਅੱਜ ਤੁਸੀਂ 1 ਘੰਟਾ ਪਰਮੇਸ਼ਵਰ ਲਈ ਛੱਡ ਰਹੇ, ਜਿਹੜਾ ਤੁਸੀਂ ਵੇਸਟ ਖਰਾਬ ਕਰਦੇ ਆ, ਜਿਹੜਾ ਤੁਸੀਂ ਇੱਧਰ ਉੱਧਰ ਖਰਾਬ ਕਰਦੇ ਕਿ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਣ ਦਾ ਆਪਣੇ ਦਿਲ ਨੂੰ ਬਣਾਉਂਦੇ ਆ। ਅਤੇ ਪਰਮੇਸ਼ਵਰ ਤੁਹਾਨੂੰ ਕਹਿ ਰਿਹਾ ਹੋ ਕੀ ਛੱਡਦੇ ਹੋ। ਇਸ ਦੋ ਕਰੈਕਟਰ ਦਾ ਬਾਈਬਲ ਦੇ ਵਿੱਚ ਬਹੁਤ ਅਹਿਮ ਆ, ਰੋਲ ਬਹੁਤ ਅਹਿਮ ਨਿਭਾਇਆ ਇਹਨਾਂ ਨੇ, ਅਬਰਾਹਮ ਔਰ ਯੂਸਫ ਨੇ। ਪਹਿਲਾ ਉਹ ਪਾਪ ਤੋਂ ਭੱਜਿਆ ਕਿ ਅੱਜ ਤੁਸੀਂ ਪਾਪ ਤੋਂ ਭੱਜ ਰਹੇ, ਸਾਡੇ ਚਾਰੋਂ ਔਰ ਅਭਿਲਾਸ਼ਾਵਾਂ, ਚਾਰੋਂ ਔਰ ਪਾਪ ਆ, ਇਸ ਮਨ ਦੇ ਵਿੱਚ ਪਾਪ ਆ, ਕੀ ਤੁਸੀਂ ਉਸ ਤੋਂ ਭੱਜਦੇ ਆ? ਮਨ ਕਹਿੰਦਾ ਵਾ ਕੋਈ ਨਹੀਂ 1 ਘੰਟਾ ਹੋਰ ਫੋਨ ਨੂੰ ਦੇਖ ਲਾ, ਦੁਆ ਤਾਂ ਫਿਰ ਵੀ ਕਰ ਲਾਂਗੇ। ਤੇ ਦੁਆ ਦਾ ਮੌਕਾ ਆਉਂਦਾ ਤਾਂ ਉਦੋਂ ਘੜਾੜੇ ਵੱਜ ਜਾਂਦੇ ਆ, ਉਦੋਂ ਕੀ ਹੋ ਜਾਂਦਾ ਵਾ। ਮੋਬਾਈਲ ਤੇ ਕਦੀ ਵੀ ਮੈਂ ਅਜਮਾ ਕੇ ਦੇਖ ਲਓ, ਕਦੀ ਵੀ ਵਾਸੀ ਤੱਕ ਨਹੀਂ ਆਉਗੀ। ਦੁਆ ਦੇ ਬੈਠਣ ਦੇ ਨਾਲ ਹੀ ਉਦੋਂ ਵਾਸੀਆਂ ਸ਼ੁਰੂ ਹੋ ਜਾਂਦੀਆਂ ਨੇ, ਫਿਰ ਲੰਮੀਆਂ ਲੰਮੀਆਂ ਸ਼ੁਰੂ ਹੁੰਦੀਆਂ ਕਦੋਂ ਅਸੀਂ ਆਪਣੇ ਸਰੀਰ ਨੂੰ ਡੇਗ ਦਈਏ ਬਿਸਤਰੇ ਤੇ। ਪਰ ਮੇਰੇ ਪ੍ਰਿਓ, ਅਗਰ ਅਸੀਂ ਪਰਮੇਸ਼ਵਰ ਦੀ ਆਗਿਆਕਾਰੀ ਕਰਾਂਗੇ ਤੇ ਪਰਮੇਸ਼ਵਰ ਸਾਨੂੰ ਉੱਚਾ ਉੱਚਾ ਕਰਦਾ ਜਾਊਗਾ। ਆਮੀਨ, ਹਾਲੇਲੂਇਆ। ਅਗਰ ਅੱਜ ਅਸੀਂ ਉੱਚਾ ਹੋਣਾ ਚਾਹੁੰਦੇ ਆ, ਅੱਜ ਜੇ ਪਰਮੇਸ਼ਵਰ ਤੋਂ ਆਸ਼ੀਸ਼ ਲੈਣੇ ਚਾਹੁੰਦੇ ਆ ਕਿ ਅੱਜ ਅਸੀਂ ਪਰਮੇਸ਼ਵਰ ਦੇ ਲਈ ਖੜੇ ਹੋ ਜਾਈਏ, ਇਹ ਦੋ ਗੱਲਾਂ ਤੇ ਅਗਰ ਅਸੀਂ ਕਾਮਯਾਬ ਹੋ ਗਏ ਤੇ ਪਰਮੇਸ਼ਵਰ ਸਾਨੂੰ ਕਦੇ ਵੀ ਟਿਕਣ ਨਹੀਂ ਦਊਗਾ। ਪਹਿਲੀ ਗੱਲ, ਅਸੀਂ ਪਾਪ ਤੋਂ ਕੀ ਆ ਭੱਜਣਾ ਵਾ। ਦੂਸਰੀ ਗੱਲ ਆ, ਅਸੀਂ ਪਰਮੇਸ਼ਵਰ ਦੀ ਆਗਿਆਕਾਰੀ ਕਰਨੀ ਆ। ਅਗਰ ਪਰਮੇਸ਼ਵਰ ਸਾਨੂੰ ਆਵਾਜ਼ ਦਿੰਦਾ ਕਿ ਦੁਆ ਤੇ ਬੈਠ, ਤੇ ਸਾਨੂੰ ਉਸੇ ਟਾਈਮ ਘੁੱਟਣੇ ਟੇਕ ਦੇਣੇ ਚਾਹੀਦੇ। ਅਸੀਂ ਕਿਸੇ ਵੀ ਪ੍ਰਸਥਿਤੀ ਦੇ ਵਿੱਚ ਹੋਈਏ, ਕਿੱਥੇ ਵੀ ਹੋਈਏ, ਉਦੋਂ ਅਸੀਂ ਦੁਆ ਕਰਨੀ ਸ਼ੁਰੂ ਕਰ ਦਈਏ। ਕੱਲ ਇੱਕ ਪਰਮੇਸ਼ਵਰ ਦੇ ਬੰਦੇ ਨਾਲ ਮੇਰੀ ਗੱਲ ਹੋ ਰਹੀ ਸੀ ਇੱਥੇ ਕੁਵੈਤ ਦੇ ਵਿੱਚ ਕਿ ਮੈਂ ਜਦੋਂ ਕੈਂਪਾਂ ਦੇ ਵਿੱਚ ਜਾਂਦਾ ਸੀ ਤੇ ਮੈਨੂੰ ਕੈਂਪ ਬੌਸ ਨੇ ਚਪੇੜਾਂ ਮਾਰੀਆਂ, ਪਰ ਉਹਨੇ ਯਿਸੂ ਮਸੀਹ ਦਾ ਕਰਕੇ ਉਹ ਥੱਪੜ ਵੀ ਖਾ ਲਏ। ਕਿ ਅੱਜ ਤੁਸੀਂ ਤਿਆਰ ਹੈ ਕੰਮ ਕਰਨ ਲਈ? ਜੇ ਅਸੀਂ ਪਰਮੇਸ਼ਵਰ ਦੇ ਲਈ ਖੜੇ ਆ ਤੇ ਪਰਮੇਸ਼ਵਰ ਸਾਨੂੰ ਕਦੇ ਵੀ ਟਿਕਣ ਨਹੀਂ ਦੇਵੇਗਾ। ਅਸੀਂ ਬੇਸ਼ੱਕ ਇਸ ਦੇਸ਼ ਵਿੱਚ ਬੈਠੇ ਤੋਂ ਦੇ ਕਾਨੂੰਨ ਇਦਾਂ ਦੇ ਆ, ਪਰ ਪਰਮੇਸ਼ਵਰ ਇਸ ਕਾਨੂੰਨਾਂ ਤੋਂ ਵੀ ਵੱਡਾ ਪਰਮੇਸ਼ਵਰ ਆ। ਆਮੀਨ। ਇਹ ਦੁਨੀਆ ਦੇ ਕਾਨੂੰਨ ਆ, ਪਰ ਜਿਹੜਾ ਪਰਮੇਸ਼ਵਰ ਕਾਨੂੰਨ ਬਣਾਵੇ ਉਹਨੂੰ ਕੋਈ ਵੀ ਰੱਦ ਨਹੀਂ ਕਰ ਸਕਦਾ। ਆਮੀਨ, ਹਾਲੇਲੂਇਆ। ਅੱਜ ਜੇ ਅਸੀਂ ਪਰਮੇਸ਼ਵਰ ਦੇ ਲਈ ਖੜੇ ਆ ਤਾਂ ਪਰਮੇਸ਼ਵਰ ਤੁਹਾਡੇ ਜੀਵਨ ਦੇ ਵਿੱਚ ਬਰਕਤਾਂ ਤੇ ਬਰਕਤਾਂ, ਆਸ਼ੀਸ਼ ਹਾਸਲ ਦਿੰਦਾ ਜਾਊਗਾ। ਪਰ ਜੇ ਅਸੀਂ ਪਰਮੇਸ਼ਵਰ ਦੇ ਲਈ ਖੜੇ ਆ ਤਾਂ ਖੜੇ ਹੋਣ ਲਈ, ਜੇ ਖੜੇ ਰਹਿਣ ਅਸੀਂ ਇਸ ਖੜੇ ਰਵਾਂਗੇ ਤੇ ਸਾਨੂੰ ਦੋ ਕੰਮ ਬੜੇ ਜ਼ਰੂਰੀ ਕਰਨੇ ਪੈਣੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇੱਕ ਵਾਰ ਹੋਰ ਪੜ੍ਹਨਾ, ਉਸ ਤੋਂ ਬਾਅਦ ਅਸੀਂ ਖਤਮ ਕਰਾਂਗੇ। ਰਸੂਲਾਂ ਦੇ ਕਰਤੱਵ ਉਹਦਾ 2 ਅਧਿਆਏ ਉਹਦੀ ਅਸੀਂ 42 ਆਇਤ ਪੜਾਂਗੇ। ਕਿੱਦਾਂ ਅਸੀਂ ਖੜੇ ਰਹਿ ਸਕਦੇ ਹਾਂ ਪਰਮੇਸ਼ਵਰ ਦੇ ਵਿੱਚ। ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਹਾਂ ਅਤੇ ਸੰਗਤ ਵਿੱਚ ਹਾਂ ਅਤੇ ਰੋਟੀ ਤੋੜਨ ਹਾਂ ਔਰ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। ਆਮੀਨ, ਹਾਲੇਲੂਇਆ, ਹਾਲੇਲੂਇਆ। ਕਿੱਦਾਂ ਅਸੀਂ ਪਰਮੇਸ਼ਵਰ ਦੇ ਵਿੱਚ ਖੜੇ ਰਹਿ ਸਕਦੇ ਹਾਂ? ਹਾਲੇਲੂਇਆ। ਪਹਿਲੀ ਗੱਲ ਕੀ ਆਈ ਆ? ਹਾਂਜੀ, ਹੌਲੀ ਹੌਲੀ ਇੱਕ ਪੁਆਇੰਟ ਪੜ੍ਹਦੀ ਹੈ ਜੀ। ਉਹ ਲਗਾਤਾਰ ਰਸੂਲਾਂ ਦੀ ਸਿੱਖਿਆ, ਬਸ ਲਗਾਤਾਰ ਰਸੂਲਾਂ ਦੀ ਸਿੱਖਿਆ ਵਿੱਚ। ਅੱਜ ਦਾ ਕੀ ਬਰੋ ਕਹਿੰਦਾ ਅਸੀਂ ਘਰੇ ਸਿੱਖ ਲੈਨੇ ਆ, ਹਨਾ। ਅੱਜ ਮੈਂ YouTube ਤੋਂ ਸਿੱਖ ਲੈਣਾ ਵਾ, ਅੱਜ ਮੈਂ Facebook ਤੋਂ ਸਿੱਖ ਲੈਣਾ, ਅੱਜ ਮੈਂ Facebook ਤੇ ਚਰਚ ਲਗਾ ਲਿਆ ਵਾ। ਪਰ ਵਚਨ ਕੀ ਦੱਸਦਾ ਵਾ? ਉਹ ਲਗਾਤਾਰ, ਇੱਕ ਵੀ ਨਾਗਾ ਨਹੀਂ, ਇੱਕ ਵੀ ਉਹਨਾਂ ਨੇ ਜਾਨੀ ਕਿ ਮਿੰਟ ਖੁੱਸਣ ਨਹੀਂ ਦਿੱਤਾ। ਲਗਾਤਾਰ ਉਹ ਰਸੂਲਾਂ ਦੀ ਸਿੱਖਿਆ ਦੇ ਵਿੱਚ ਲੱਗੇ ਰਹੇ। ਹਾਲੇਲੂਇਆ। ਅੱਜ ਅਸੀਂ ਪਰਮੇਸ਼ਵਰ ਦੇ ਘਰ ਵਿੱਚ ਆਉਣਾ ਨਹੀਂ ਪਸੰਦ ਕਰਦੇ। ਤੇ ਸਿੱਖਿਆ ਕਿੱਥੋਂ ਮਿਲਣੀ ਆ? ਚਰਚ ਆਣ ਕੇ। ਗਿਆਨ ਸਾਨੂੰ ਮਿਲ ਸਕਦਾ ਵਾ YouTube ਤੋਂ, Facebook ਤੋਂ, ਪਰ ਸਿੱਖਿਆ ਚਰਚ ਦੇ ਵਿੱਚ ਆਣ ਕੇ। ਅਗਰ ਅਸੀਂ ਆਪਣੇ ਬੱਚੇ ਨੂੰ ਜਿਹੜੇ ਸ਼ਾਦੀ ਪੜਾਉਂਦੇ ਆ, ਘਰੇ ਪੜਾ ਲੈਂਦੇ ਆ ਕਿ ਸਕੂਲ ਭੇਜਦੇ ਆ? ਹਾਂਜੀ, ਸਕੂਲ ਭੇਜਦੇ ਕਿ ਅੱਛਾ ਉਹ ਬਣ ਜਾਵੇ, ਅੱਛਾ ਪੜ੍ਹ ਲੈ ਕੇ ਇੰਜੀਨੀਅਰ ਬਣ ਜਾਏ, ਡਾਕਟਰ ਬਣ ਜਾਵੇ, ਕਿੱਥੇ ਭੇਜਦੇ ਆ? ਸਕੂਲ ਦੇ ਵਿੱਚ। ਤੇ ਜੇ ਅਸੀਂ ਆਤਮਿਕ ਗੱਲ ਦੇ ਵਿੱਚ ਅਸੀਂ ਅਹੁਦਾ ਲੈਣਾ ਚਾਹੁੰਦੇ, ਉੱਚੀ ਪਦਵੀ ਤੇ ਜਾਣਾ ਚਾਹੁੰਦੇ, ਤਾਂ ਸਾਨੂੰ ਰਸੂਲਾਂ ਦੀ ਸਿੱਖਿਆ ਲੈਣੀ ਪੈਣੀ ਆ। ਚਰਚ
ਆਉਣਾ ਪੈਣਾ ਵਾ ਹਾਲੇਲੂਇਆ। ਦੂਸਰੀ ਗੱਲ ਅਤੇ ਸੰਗਤ ਵਿੱਚ ਅਤੇ ਸੰਗਤ ਵਿੱਚ ਅਤੇ ਰੋਟੀ ਤੋੜਨ ਅਤੇ ਰੋਟੀ ਤੋੜਨ ਔਰ ਪ੍ਰਾਰਥਨਾ ਕਰਨ ਵਿੱਚ ਲੱਗੇ ਔਰ ਰਹੇ। ਪ੍ਰਾਰਥਨਾ ਵਿੱਚ ਲੱਗੇ ਰਹੇ ਹਾਲੇਲੂਇਆ। ਪ੍ਰਾਰਥਨਾ ਵਿੱਚ ਪ੍ਰਾਰਥਨਾ ਵਿੱਚ ਪ੍ਰਾਰਥਨਾ ਵਿੱਚ ਪ੍ਰਾਰਥਨਾ ਵਿੱਚ ਬੜੇ ਹੌਲੀ ਬੋਲਦੇ ਕਿ ਪ੍ਰਾਰਥਨਾ ਵੇਲੇ ਪਤਾ ਨਹੀਂ ਕੀ ਹੋ ਜਾਂਦਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਵਚਨ ਦੇ ਵਿੱਚ ਲਿਖਿਆ ਲਗਾਤਾਰ ਰਸੂਲਾਂ ਦੀ ਸਿੱਖਿਆ ਸੰਗਤ ਰੋਟੀ ਤੋੜਨ ਅਤੇ ਪ੍ਰਾਰਥਨਾ ਵਿੱਚ ਲੱਗੇ ਰਹੇ। ਅਗਰ ਅਸੀਂ ਪਰਮੇਸ਼ਵਰ ਦੇ ਵਿੱਚ ਕਾਮਯਾਬ ਹੋਣਾ ਵਾ, ਅਸੀਂ ਪਰਮੇਸ਼ਵਰ ਦੇ ਵਿੱਚ ਖੜੇ ਰਹਿਣਾ ਤੇ 4 ਪੁਆਇੰਟ ਸਾਡੇ ਜੀਵਨ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਆ। ਵਰਨਾ ਅਸੀਂ ਡਿੱਗ ਪਾਂਗੇ, ਅਸੀਂ ਰਸਤੇ ਤੋਂ ਬਿਖਰ ਜਾਵਾਂਗੇ, ਅਸੀਂ ਜੀਵਨ ਦੀ ਪਹਿਚਾਣ ਨਹੀਂ ਕਰ ਸਕਾਂਗੇ। ਅਗਰ ਅਸੀਂ ਜੀਵਨ ਦੀ ਪਹਿਚਾਣ ਕਰਨੀ ਆ ਤਾਂ ਸਾਨੂੰ ਇਹ 4 ਗੱਲਾਂ ਸਾਡੇ ਜੀਵਨ ਦੇ ਵਿੱਚ ਹੋਣੀਆਂ ਚਾਹੀਦੀਆਂ। ਰਸੂਲਾਂ ਦੀ ਸਿੱਖਿਆ, ਸੰਗਤ ਔਰ ਰੋਟੀ ਤੋੜਨ ਔਰ ਦੁਆ ਦੇ ਵਿੱਚ ਲਗਾਤਾਰ ਲੱਗੇ ਰਹਿਣਾ। ਇਹ ਕਾਮਯਾਬ ਕਿਉਂ ਲੋਕ ਹੋਏ, ਇਹ ਚੇਲੇ ਕਾਮਯਾਬ ਕਿਉਂ ਹੋਏ? ਅੱਗੇ ਵਚਨ ਦੇ ਵਿੱਚ ਲਿਖਿਆ ਜਦੋਂ ਪਤਰਸ ਖੜੋਇਆ ਤੇ 3000 ਲੋਕ ਉਸੇ ਟਾਈਮ ਬਚ ਗਏ, ਕਿਉਂਕਿ ਉਹ ਯੀਸ਼ੂ ਮਸੀਹ ਦੀ ਪਤਾ ਸੀ ਖੜੇ ਕਿੱਦਾਂ ਹੋਣਾ ਵਾ, ਉਹਨੂੰ ਪਤਾ ਸੀ ਮੈਂ ਸੰਗਤ ਕਿੱਦਾਂ ਕਰਿਆ। ਉਹਨਾਂ ਨੇ ਪਹਿਲਾਂ ਸਿੱਖਿਆ ਫਿਰ ਬੋਲਣਾ ਸ਼ੁਰੂ ਕੀਤਾ। ਅੱਜ ਅਸੀਂ ਸਿੱਖਦੇ ਨਹੀਂ ਤੇ ਬੋਲਣਾ ਸ਼ੁਰੂ ਕਰ ਦਿੰਦੇ ਆ, ਫਿਰ ਸਾਡੇ ਜੀਵਨ ਦੇ ਵਿੱਚ ਕੀ ਆ ਜਾਂਦੀਆਂ, ਠੋਕਰਾਂ ਆ ਜਾਂਦੀਆਂ। ਜਦੋਂ ਲੋਕਾਂ ਦੇ ਸਵਾਲ ਆਉਂਦੇ ਤੇ ਅਸੀਂ ਡਿੱਗ ਜਾਂਦੇ ਆ। ਸਿੱਖਦੇ ਨਹੀਂ ਨਾ, ਸਿੱਖਣਾ ਪਸੰਦ ਨਹੀਂ ਕਰਦੇ। ਆ ਮੈਨੂੰ ਸਿਖਾਊਗਾ, ਇਦਾਂ ਦੇ ਸਵਾਲ ਸਾਡੇ ਜੀਵਨ ਦੇ ਵਿੱਚ ਆਉਂਦੇ। ਹਾਲੇਲੂਇਆ। ਇਸ ਕਰਕੇ ਮੇਰੇ ਪ੍ਰਿਓ, ਅਗਰ ਅਸੀਂ ਪਰਮੇਸ਼ਵਰ ਦੇ ਵਿੱਚ ਬਣੇ ਰਹਿਣਾ ਵਾ ਤਾਂ ਸਾਨੂੰ ਇਹ ਚੀਜ਼ਾਂ ਕਰਨੀਆਂ ਪੈਣੀਆਂ। ਪਹਿਲਾ ਪੁਆਇੰਟ ਕੀ ਕਿਹਾ, ਸਾਰੇ ਬੋਲਾਂਗੇ, ਰਸੂਲਾਂ ਦੀ ਸਿੱਖਿਆ। ਪਹਿਲਾ ਪੁਆਇੰਟ ਆਪਾਂ ਕੀ ਸਿੱਖਿਆ ਵਾ? ਆਪ ਤੋਂ। ਦੂਸਰਾ ਆਗਿਆਕਾਰੀ ਕਰਨੀ। ਤੀਸਰਾ ਬੋਲਿए ਬੋਲਿए ਲਗਾਤਾਰ ਰਸੂਲਾਂ ਦੀ ਸੰਗਤ, ਸਿੱਖਿਆ ਔਰ ਪ੍ਰਾਰਥਨਾ ਵਿੱਚ, ਰੋਟੀ ਤੋੜਨ ਵਿੱਚ ਲੱਗੇ ਰਹਿਣਾ। ਹਾਲੇਲੂਇਆ। ਯਾਦ ਰਹਿਣਗੇ ਪੁਆਇੰਟ, ਇਹ ਭੁੱਲਣਗੇ ਤਾਂ ਨਾ। ਅਗਰ ਇੱਥੇ ਖੜਾ ਕਰਕੇ ਪੁੱਛਿਆ ਜਾਵੇ ਤਾਂ ਬੋਲ ਸਕਦੇ ਹਾਂ। ਹਾਂਜੀ ਆਮੀਨ। ਹਾਲੇਲੂਇਆ ਹਾਲੇਲੂਇਆ। ਪੜਿਆ ਕਰੋ ਘਰ ਜਾ ਕੇ ਬਾਈਬਲ, ਜਿਹੜੇ ਪੜ੍ਹੇ ਲਿਖੇ ਆ ਨਾ ਉਹ ਜ਼ਰੂਰ ਪੜਿਆ ਕਰੋ, ਸਿੱਖਿਆ ਲਿਆ ਕਰੋ, ਤਾਂ ਕਿ ਅਸੀਂ ਪਰਮੇਸ਼ਵਰ ਦੇ ਵਚਨ 'ਚ ਵੱਧ ਸਕੀਏ। ਹਾਲੇਲੂਇਆ ਹਾਲੇਲੂਇਆ। ਲਗਾਤਾਰ ਅਗਰ ਪਰਮੇਸ਼ਵਰ ਦੇ ਵਿੱਚ ਖੜੇ ਰਹਿਣਾ ਵਾ ਤੇ ਇਹ ਪੁਆਇੰਟਾਂ ਨੂੰ ਆਪਣੇ ਜੀਵਨ ਦੇ ਵਿੱਚ ਅਸੀਂ ਅਪਲਾਈ ਕਰਨਾ ਵਾ। ਤੇ ਮੈਂ ਪਰਮੇਸ਼ਵਰ ਦੇ ਵਿੱਚ ਤੁਹਾਨੂੰ ਗਰੰਟੀ ਨਾਲ ਕਹਿੰਦਾ, ਤੁਸੀਂ ਕਦੇ ਵੀ ਡੋਮਾ ਡੋਲ ਕਦੇ ਵੀ ਨਹੀਂ ਹੋਵੋਗੇ। ਤੁਸੀਂ ਸਿੱਧਾ ਸਟੇਟ ਪਰਮੇਸ਼ਵਰ ਦੀ ओर ਚੱਲੋਗੇ। ਆਮੀਨ ਆਮੀਨ। ਆइए सब अपनी अखां बंद करके दुआ करें।